ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਕੱਲ ਤੱਕ ਅਸੀਂ 12 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 13ਵੀਂ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ ਤੇ ਇਸ ਪਾਵਨ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 588 ਤੇ ਅੰਕਿਤ ਹੈ। ਸ਼ਲੋਕ ਮਹਿਲਾ ਤੀਜਾ। ਕਲ ਮਹਿ ਜਮ ਜੰਦਾਰ ਹੈ, ਹੁਕਮੇ ਕਾਰ ਕਮਾਏ। ਕਲ ਮਹਿ ਦਾ ਮਤਲਬ ਦੁਬਦਾ ਵਾਲਾ ਜਿਹੜਾ ਸੁਭਾਅ ਹੈਗਾ। ਕਲਯੁਗ ਦਾ ਮਤਲਬ ਉਹ ਨਹੀਂ ਜਿਸ ਨੂੰ ਅਸੀਂ ਕਲਯੁਗ ਸਮਝਦੇ ਹਾਂ। ਇੱਥੇ ਕਲਯੁਗ ਦਾ ਕਲ ਦਾ ਮਤਲਬ ਦੁਬਦਾ ਵਾਲਾ ਸੁਭਾਅ, ਯਾਨੀ ਪ੍ਰਭੂ ਤੋਂ ਵਿਛੋੜੇ ਵਾਲੀ ਜਿਹੜੀ ਹਾਲਾਤ ਹੈ, ਜਿਸ ਬਾਰੇ ਗੁਰੂ ਜੀ ਕਹਿੰਦੇ ਹਨ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਜਦੋਂ ਸਾਡੀ ਸੁਰਤ, ਸਾਡੀ ਸੋਚ ਗੁਰੂ ਦੀ ਸੋਚ ਨਾਲੋਂ ਟੁੱਟਦੀ ਹੈ, ਰੱਬੀ ਗੁਣਾਂ ਨਾਲੋਂ ਟੁੱਟਦੀ ਹੈ, ਉਦੋਂ ਜਿਹੜੀ ਅੰਦਰ ਹਾਲਾਤ ਹੁੰਦੀ ਹੈ ਦੁਬਦਾ ਵਾਲੀ ਹਾਲਾਤ, ਉਹਨੂੰ ਗੁਰੂ ਜੀ ਇੱਥੇ ਕਲ ਕਹਿ ਰਹੇ। ਕਲ ਮਹਿ ਜਮ ਜੰਦਾਰ ਹੈ। ਜਮ ਜੰਦਾਰ ਦਾ ਮਤਲਬ ਅਵੈੜਾ ਜਮ, ਜੰਦਾਰ ਦਾ ਮਤਲਬ ਗਵਾਰ ਯਾਨੀ ਅਵੈੜਾ, ਡਰਾਵਣਾ, ਵਹਿਸ਼ੀ। ਜਮ ਜੰਦਾਰ ਦਾ ਮਤਲਬ ਇੱਥੇ ਹੈ ਮੌਤ ਦਾ ਡਰ, ਸਹਿਮ। ਹੁਕਮੇ ਕਾਰ ਕਮਾਏ ਦਾ ਮਤਲਬ ਹੁਕਮ ਦੇ ਅੰਦਰ ਕਾਰ ਕਮਾਉਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਦੁਬਦਾ ਵਾਲੀ ਹਾਲਤ ਵਿੱਚ ਮਨੁੱਖ ਦੇ ਸਿਰ ਤੇ ਮੌਤ ਦਾ ਸਹਿਮ ਟਿਕਿਆ ਰਹਿੰਦਾ ਹੈ। ਜਮ ਜੰਦਾਰ ਦਾ ਮਤਲਬ ਮੌਤ ਦਾ ਸਹਿਮ। ਦੁਬਦਾ ਵਾਲੀ ਹਾਲਾਤ ਵਿੱਚ ਮਨੁੱਖ ਦੇ ਸਿਰ ਤੇ ਆਤਮਕ ਮੌਤ ਦਾ ਸਹਿਮ ਟਿਕਿਆ ਰਹਿੰਦਾ ਹੈ। ਹੁਕਮੇ ਕਾਰ ਕਮਾਏ, ਇਹ ਸਾਰਾ ਜਿਹੜਾ ਜਗਤ ਹੈ ਇਹ ਹੁਕਮ ਦੇ ਅੰਦਰ ਹੀ ਚੱਲ ਰਿਹਾ ਹੈ। ਔਰ ਜਿਹੜਾ ਮੌਤ ਦਾ ਸਹਿਮ ਹੈ ਇਹ ਵੀ ਹੁਕਮ ਦੇ ਅੰਦਰ ਹੈ। ਹੁਕਮ ਵਿੱਚ ਕਿਵੇਂ ਹੈ? ਕਿਉਂਕਿ ਇੱਕ ਸਿਸਟਮ ਹੈ ਨਾ, ਜਦੋਂ ਅਸੀਂ ਚੰਗੇ ਕਰਮ ਕਰਾਂਗੇ ਤਾਂ ਉਸ ਸਿਸਟਮ ਦੇ ਅੰਦਰ ਸਾਡੀ ਜ਼ਿੰਦਗੀ ਵਿੱਚ ਖੁਸ਼ੀ, ਖੇੜਾ, ਆਨੰਦ ਪੈਦਾ ਹੋਏਗਾ। ਪਰ ਜਦੋਂ ਅਸੀਂ ਮਾੜੇ ਕਰਮ ਕਰਾਂਗੇ, ਮਾੜੀ ਸੋਚ ਹੋਏਗੀ, ਤਾਂ ਉਸ ਸਿਸਟਮ ਦੇ ਅੰਦਰ ਸਾਡੀ ਜ਼ਿੰਦਗੀ ਵਿੱਚ ਦੁੱਖ ਔਰ ਅਸ਼ਾਂਤੀ ਆਦਿਕ ਪੈਦਾ ਹੋਏਗੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਰੱਬੀ ਹੁਕਮ ਹੈ ਕਿ ਦੁਬਦਾ ਵਾਲੀ, ਵਿਛੋੜੇ ਵਾਲੀ ਹਾਲਾਤ ਦੇ ਅੰਦਰ ਮਨੁੱਖੀ ਮਨ ਅੰਦਰ ਮੌਤ ਦਾ ਸਹਿਮ ਟਿਕਿਆ ਰਹਿੰਦਾ ਹੈ। ਪਰ ਇਹ ਮੌਤ ਦਾ ਸਹਿਮ ਸਾਰਿਆਂ ਤੇ ਨਹੀਂ ਹੈ। ਕੁਝ ਲੋਕ ਐਸੇ ਨੇ ਜੋ ਬਚਦੇ ਨੇ ਇਸ ਤੋਂ। ਉਹ ਕੌਣ ਨੇ? ਗੁਰ ਰਾਖੇ ਸੇ ਉਬਰੇ, ਜਿਨ੍ਹਾਂ ਨੂੰ ਗੁਰੂ ਨੇ ਬਚਾ ਲਿਆ, ਗੁਰੂ ਨੇ ਜਿਨ੍ਹਾਂ ਦੀ ਰਾਖੀ ਕੀਤੀ, ਜਿਨ੍ਹਾਂ ਦਾ ਰਾਖਾ ਗੁਰੂ ਹੈ। ਸੇ ਉਬਰੇ ਦਾ ਮਤਲਬ ਉਹ ਬਚ ਜਾਂਦੇ ਨੇ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਨੇ, ਜਿਨ੍ਹਾਂ ਨੇ ਗੁਰਮਤ ਨੂੰ ਅਪਣਾਇਆ ਹੈ, ਜੋ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਉਂਦੇ ਨੇ, ਉਹ ਇਸ ਮੌਤ ਦੇ ਸਹਿਮ ਤੋਂ ਬਚ ਜਾਂਦੇ ਨੇ। ਨਾ ਉਹਨਾਂ ਨੂੰ ਸਰੀਰਕ ਮੌਤ ਦਾ ਡਰ ਰਹਿੰਦਾ ਹੈ ਔਰ ਨਾ ਹੀ ਉਹ ਆਤਮਿਕ ਮੌਤ ਤੇ ਮਰਦੇ ਨੇ। ਇਹ ਜੋ ਮੌਤ ਦਾ ਸਹਿਮ ਹੈ, ਡਰ ਕਿਸ ਨੂੰ ਦੇ ਰਿਹਾ ਹੈ, ਸਜ਼ਾ ਦੇ ਕਿਸ ਨੂੰ ਮਿਲਦੀ ਹੈ? ਮਨਮੁਖਾਂ ਦੇ ਸਜਾਏ, ਜੋ ਮਨ ਦੇ ਪਿੱਛੇ ਤੁਰਨ ਵਾਲੇ ਨੇ, ਆਪ ਖੁਦਰੇ ਨੇ। ਇਹ ਮੌਤ ਦਾ ਸਹਿਮ ਉਹਨਾਂ ਨੂੰ ਸਜ਼ਾ ਦਿੰਦਾ ਹੈ। ਤੇ ਸਜ਼ਾ ਕਾਹਦੀ ਹੈ? ਸਹਿਮ ਦੀ। ਸਹਿਮ, ਡਰ, ਹਰ ਵਕਤ ਬਣਿਆ ਰਹਿਣਾ, ਇਹੀ ਇੱਕ ਸਜ਼ਾ ਹੈ। ਔਰ ਉਹ ਹਰ ਵਕਤ ਹੀ ਉਹਦੀ ਸਜ਼ਾ ਭੋਗਦੇ ਨੇ, ਮੌਤ ਦੇ ਡਰ ਦੀ ਵੀ ਔਰ ਆਤਮਿਕ ਮੌਤ ਦੇ ਖਤਰੇ ਦੀ ਵੀ। ਆਤਮਿਕ ਮੌਤ ਵੀ ਉਹਨਾਂ ਨੂੰ ਹੀ ਆਉਂਦੀ ਹੈ ਜੋ ਗੁਰੂ ਦੇ ਦੱਸੇ ਰਾਹਾਂ ਤੇ ਨਹੀਂ ਚੱਲਦੇ। ਜਮ ਕਾਲੇ ਵਸ ਜਗ ਬੰਧਿਆ, ਤਿਸ ਦਾ ਫਰੂ ਨਾ ਕੋਏ। ਫਰੂ ਦਾ ਮਤਲਬ ਹੈ ਫੜਨ ਵਾਲਾ, ਸਹਾਰਾ ਦੇਣ ਵਾਲਾ, ਰਾਖਾ। ਜਮ ਕਾਲੇ ਵਸ ਜਗ ਬੰਧਿਆ, ਜੋ ਜਗਤ ਪ੍ਰਭੂ ਤੋਂ ਵਿਛੜਿਆ ਹੈ, ਯਾਨੀ ਜਗਤ ਦੇ ਅੰਦਰ ਜਿਹੜਾ ਜੀਵ ਪ੍ਰਭੂ ਤੋਂ ਵਿਛੜਿਆ ਹੈ, ਜਮਕਾਲ ਦੇ ਵਸ ਵਿੱਚ ਬੱਧਾ ਪਿਆ ਹੈ। ਜਮਕਾਲ ਦਾ ਮਤਲਬ ਆਤਮਿਕ ਮੌਤ ਤੇ ਫਸਿਆ ਰਹਿੰਦਾ ਹੈ, ਆਤਮਿਕ ਮੌਤ ਦਾ ਉਹਦੇ ਉੱਤੇ ਬੰਧਨ ਰਹਿੰਦਾ ਹੈ, ਜਾਂ ਉਹ ਆਤਮਿਕ ਮੌਤ ਤੇ ਮਰਿਆ ਰਹਿੰਦਾ ਹੈ। ਔਰ ਐਸੇ ਮਨੁੱਖਾਂ ਤੇ ਮੌਤ ਦਾ ਸਹਿਮ ਹਮੇਸ਼ਾ ਹਾਵੀ ਰਹਿੰਦਾ ਹੈ। ਤਿਸ ਦਾ ਫਰੂ ਨਾ ਕੋਏ, ਤੇ ਰੱਬ ਤੋਂ ਬਿਨਾਂ, ਗੁਰੂ ਤੋਂ ਬਿਨਾਂ ਉਹਨਾਂ ਦਾ ਰਾਖਾ ਵੀ ਕੋਈ ਨਹੀਂ ਹੈ। ਰੱਬੀ ਹੁਕਮ ਤੋਂ ਬਿਨਾਂ
ਗੁਰੂ ਦੇ ਦੱਸੇ ਰਾਹਾਂ ਤੋਂ ਬਿਨਾ ਇਸ ਆਤਮਕ ਮੌਤ ਤੋਂ ਬਚਾਉਣ ਵਾਲਾ ਹੋਰ ਕੋਈ ਸਾਧਨ ਵੀ ਨਹੀਂ ਹੈ। ਕਿਹੜਾ ਸਾਧਨ ਹੈ ਜਿਹੜਾ ਕਿ ਬੰਦੇ ਨੂੰ ਇਨਸਾਨੀਅਤ ਦੀ ਮੌਤ ਤੋਂ ਬਚਾ ਦੇਵੇ? ਬੰਦਾ ਸੱਚ ਨਾਲੋਂ ਟੁੱਟਿਆ ਰਹੇ, ਰੱਬੀ ਗੁਣਾਂ ਨਾਲੋਂ ਟੁੱਟਿਆ ਰਹੇ, ਰੱਬੀ ਰਜ਼ਾ ਵਿੱਚ ਨਾ ਤੁਰੇ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਨਾ ਜੀਵੇ ਤੇ ਹੋਰ ਬਹੁਤ ਸਾਰੇ ਸਾਧਨ ਕਰਦਾ ਫਿਰੇ, ਤੀਰਥਾਂ ਤੇ ਨਹਾਉਂਦਾ ਫਿਰੇ, ਜਪ ਤਪ ਸੰਜਮ ਕਰਦਾ ਰਹੇ, ਤਾਂ ਕੀ ਉਹ ਕਰਮ ਜਿਹੜੇ ਨੇ ਬੰਦੇ ਨੂੰ ਆਤਮਕ ਮੌਤ ਤੋਂ ਬਚਾ ਲੈਣਗੇ? ਕਦੇ ਵੀ ਨਹੀਂ ਬਚਾ ਸਕਣਗੇ। ਇਸ ਲਈ ਕਹਿੰਦੇ ਨੇ ਕਿ ਗੁਰੂ ਤੋਂ, ਰੱਬ ਤੋਂ ਬਿਨਾ, ਗੁਰੂ ਤੋਂ ਬਿਨਾ ਉਹਨਾਂ ਦਾ ਰਾਖਾ ਵੀ ਹੋਰ ਕੋਈ ਨਹੀਂ ਹੈ। ਭਾਵ ਕਿ ਰਾਖੀ ਹੋ ਸਕਦੀ ਹੈ, ਬਚਿਆ ਜਾ ਸਕਦਾ ਹੈ ਜੇ ਗੁਰੂ ਦੇ ਚਰਨਾਂ ਦੀ ਸ਼ਰਨ ਲਈ ਜਾਏ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵੀ ਜਾਏ। ਜਿਨ ਜਮ ਕੀਤਾ ਸੋ ਸੇਵੀਐ, ਗੁਰਮੁਖ ਦੁਖ ਨਾ ਹੋਏ। ਜਿਸਨੇ ਇਹ ਜਮ ਪੈਦਾ ਕੀਤਾ ਹੈ, ਭਾਵ ਕਿ ਜਿਸਨੇ ਮੌਤ ਪੈਦਾ ਕੀਤੀ ਹੈ, ਜਿਸ ਦੇ ਹੁਕਮ ਦੇ ਅੰਦਰ ਇਹ ਮੌਤ ਦਾ ਸਹਿਮ ਪੈਦਾ ਹੋਇਆ ਹੈ, ਸੋ ਸੇਵੀਐ, ਉਹਦੀ ਸੇਵਾ ਕਰਨੀ ਚਾਹੀਦੀ ਹੈ, ਉਸ ਰੱਬ ਦੀ ਰਜ਼ਾ ਦੇ ਅੰਦਰ ਤੁਰਨਾ ਚਾਹੀਦਾ ਹੈ। ਲੇਕਿਨ ਰੱਬ ਦੀ ਰਜ਼ਾ ਵਿੱਚ ਤੁਰਦਾ ਕੌਣ ਹੈ? ਗੁਰਮੁਖ ਦੁਖ ਨਾ ਹੋਏ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ, ਗੁਰੂ ਦੀ ਸ਼ਰਨ ਵਿੱਚ ਜੋ ਆਉਂਦੇ ਨੇ। ਤਾਂ ਜੇਕਰ ਗੁਰੂ ਦੇ ਚਰਨਾਂ ਦੀ ਸ਼ਰਨ ਲਈ ਜਾਏ, ਗੁਰੂ ਦੁਆਰਾ ਉਸ ਪ੍ਰਭੂ ਨੂੰ ਸੇਵਿਆ ਜਾਏ, ਗੁਰੂ ਦੁਆਰਾ ਰੱਬ ਦੀ ਰਜ਼ਾ ਵਿੱਚ ਤੁਰਿਆ ਜਾਏ, ਗੁਰੂ ਗਿਆਨ ਰਾਹੀਂ ਰੱਬ ਦੀ ਰਜ਼ਾ ਨੂੰ ਸਮਝਿਆ ਜਾਏ, ਰੱਬੀ ਗੁਣਾਂ ਨੂੰ ਗਾਇਆ ਜਾਏ, ਰੱਬ ਦੀ ਸੇਵਾ ਕੀਤੀ ਜਾਏ, ਮੀਨਸ ਰੱਬੀ ਗੁਣਾਂ ਨੂੰ ਗਾਇਆ ਜਾਏ। ਦੁੱਖ ਨਾ ਹੋਏ ਦਾ ਮਤਲਬ ਫਿਰ ਉਹਨਾਂ ਨੂੰ ਕੋਈ ਦੁੱਖ ਨਹੀਂ ਪੈਂਦਾ। ਜੇ ਗੁਰੂ ਦੇ ਸਨਮੁਖ ਹੋ ਕੇ ਜੇ ਪ੍ਰਭੂ ਦੀ ਸਿਫਤ ਸਲਾਹ ਕਰੀਏ ਤਾਂ ਜਿਸ ਨੇ ਇਹ ਮੌਤ ਪੈਦਾ ਕੀਤੀ ਹੈ, ਤਾਂ ਫਿਰ ਜਮ ਦਾ ਜਿਹੜਾ ਦੁੱਖ ਹੈ ਉਹ ਨਹੀਂ ਹੁੰਦਾ। ਤਾਂ ਫਿਰ ਮੈਂ ਦੁਬਾਰਾ ਬੇਨਤੀ ਕਰਦੇ ਹਾਂ, ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਜੇ ਰੱਬੀ ਗੁਣਾਂ ਨੂੰ ਗਾਇਆ ਜਾਏ ਤਾਂ ਫਿਰ ਇਹ ਆਤਮਕ ਮੌਤ ਦਾ ਦੁੱਖ ਨਹੀਂ ਸਹਾਰਨਾ ਪੈਂਦਾ। ਨਾਨਕ ਗੁਰਮੁਖ ਜਮ ਸੇਵਾ ਕਰੇ, ਜਿਨ ਮਨ ਸੱਚਾ ਹੋਏ। ਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ, ਗੁਰਮੁਖ ਦਾ ਮਤਲਬ ਜੋ ਗੁਰੂ ਦੀ ਮੰਨਣ ਵਾਲੇ ਨੇ, ਜਿਨ੍ਹਾਂ ਗੁਰਮੁਖਾਂ ਦੇ ਮਨ ਵਿੱਚ ਸੱਚਾ ਪ੍ਰਭੂ ਵਸਦਾ ਹੈ, ਉਹਨਾਂ ਦੀ ਜਮ ਸੇਵਾ ਕਰਦਾ ਹੈ। ਜਮ ਦਾ ਮਤਲਬ ਜੋ ਮੌਤ ਹੈ, ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੈ, ਉਹਨਾਂ ਦੇ ਚਰਨਾਂ ਵਿੱਚ ਹਾਜ਼ਰ ਹੈ, ਭਾਵ ਉਹ ਮੌਤ ਦੇ ਡਰ ਤੋਂ ਮੁਕਤ ਹੋ ਜਾਂਦੇ, ਉਹਨਾਂ ਨੂੰ ਮੌਤ ਦਾ ਡਰ ਨਹੀਂ ਰਹਿੰਦਾ। ਆਮ ਬੰਦੇ ਦੇ ਸਿਰ ਦੇ ਉੱਤੇ ਮੌਤ ਦਾ ਭੈ ਕੂਕਦਾ ਨਾ, ਲੇਕਿਨ ਉਹ ਮੌਤ ਦਾ ਭੈ ਉਹਨਾਂ ਦੇ ਪੈਰਾਂ ਵਿੱਚ ਹੈ, ਭਾਵ ਉਹਨਾਂ ਦੀ ਸ਼ਰਨ ਵਿੱਚ ਹੈ, ਉਹ ਉਸ ਮੌਤ ਦੇ ਭੈ ਤੋਂ ਮੁਕਤ ਹੋ ਜਾਂਦਾ। ਮਹਿਲਾ ਤੀਜਾ, ਇਹਾ ਕਾਇਆ ਰੋਗ ਭਰੀ, ਬਿਨ ਸ਼ਬਦੈ ਦੁੱਖ ਹੋਮੈ ਰੋਗ ਨਾ ਜਾਏ। ਕਾਇਆ ਦਾ ਮਤਲਬ ਸਰੀਰ, ਰੋਗ ਦਾ ਮਤਲਬ ਰੋਗ ਦੇ ਨਾਲ। ਇਹ ਜੋ ਸਰੀਰ ਹੈ ਹੋਮੇ ਦੇ ਰੋਗ ਦੇ ਨਾਲ ਭਰਿਆ ਪਿਆ ਹੈ। ਇਹ ਜੋ ਸਰੀਰ ਹੈ ਹੋਮੇ ਦੇ ਰੋਗ ਦੇ ਨਾਲ ਭਰਿਆ ਪਿਆ ਹੈ, ਹੋਮੇ ਦੇ ਰੋਗ ਨਾਲ ਲਿਬੜਿਆ ਪਿਆ ਹੈ, ਭਾਵ ਕਿ ਮਨੁੱਖੀ ਮਨ ਅੰਦਰ ਹੋਮੇ ਹੈ। ਬਿਨ ਸ਼ਬਦੇ, ਬਿਨ ਸ਼ਬਦੇ ਦਾ ਮਤਲਬ ਗੁਰੂ ਦੇ ਸ਼ਬਦ ਤੋਂ ਬਿਨਾ, ਗੁਰੂ ਦੇ ਉਪਦੇਸ਼ ਤੋਂ ਬਿਨਾ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਉਣ ਤੋਂ ਬਿਨਾ ਇਹ ਹਉਮੈ ਦਾ ਰੋਗ ਜਾਂਦਾ ਨਹੀਂ। ਦੁੱਖ ਹਉਮੈ ਰੋਗ ਨਾ ਜਾਏ। ਹਉਮੈ ਦਾ ਰੋਗ ਔਰ ਹਉਮੈ ਦੇ ਰੋਗ ਤੋਂ ਪੈਦਾ ਹੋਇਆ ਦੁੱਖ ਇਹ ਉਦੋਂ ਤੱਕ ਨਹੀਂ ਜਾਂਦਾ ਜਦੋਂ ਤੱਕ ਬੰਦਾ ਗੁਰੂ ਦੇ ਦੱਸੇ ਰਾਹਾਂ ਤੇ ਨਹੀਂ ਚੱਲਦਾ। ਤਾਂ ਗੁਰੂ ਦਰਸਾਏ ਮਾਰਗ ਤੇ ਜੇ ਬੰਦਾ ਚੱਲੇ ਤਾਂ ਫਿਰ ਉਸ ਦੀ ਜ਼ਿੰਦਗੀ ਦੇ ਵਿੱਚੋਂ ਹਉਮੈ ਖਤਮ ਹੁੰਦੀ ਹੈ ਔਰ ਹਉਮੈ ਦੇ ਕਾਰਨ ਜੋ ਪੈਦਾ ਹੋਏ ਰੋਗ ਨੇ ਉਹ ਦੂਰ ਹੋ ਜਾਂਦੇ ਨੇ। ਆਮ ਜੋ ਮਨੁੱਖ ਹੈ ਉਹ ਹਉਮੈ ਦੇ ਅੰਦਰ ਜੀ ਰਿਹਾ ਹੈ। ਬਹੁ ਗਿਣਤੀ ਜੋ ਹੈ, ਜਿਵੇਂ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ, ਕੋਈ ਇਨਫੀਰੀਓਰਿਟੀ ਕੰਪਲੈਕਸ ਵਿੱਚ ਜੀ ਰਿਹਾ ਹੈ ਤੇ ਕੋਈ ਸੁਪਰੀਓਰਿਟੀ ਕੰਪਲੈਕਸ ਵਿੱਚ ਜੀ ਰਿਹਾ ਹੈ। ਹਉਮੈ ਗ੍ਰਸਿਆ ਬੰਦਾ ਕਦੇ ਵੀ ਆਪਣੇ ਆਪ ਨੂੰ ਗਲਤ ਨਹੀਂ ਸਮਝਦਾ। ਉਹ ਆਪਣੀਆਂ ਭਾਵਨਾਵਾਂ ਦੀ ਸਿਰਫ ਕਦਰ ਕਰਦਾ ਹੈ, ਦੂਜਿਆਂ ਦੀ ਭਾਵਨਾਵਾਂ ਦੀ ਉਹ ਕਦਰ ਨਹੀਂ ਕਰਦਾ। ਥੋੜੀ ਜਿਹੀ ਗੱਲ ਤੋਂ ਉਹ ਲੜਨ ਮਰਨ ਵਾਸਤੇ ਤਿਆਰ ਹੋ ਜਾਂਦਾ ਹੈ। ਐਸੇ ਲੋਕ ਇੱਕ ਪਲ ਦੇ ਵਿੱਚ ਹੀ ਮਿੱਤਰਤਾ ਬਣਾ ਲੈਂਦੇ ਨੇ, ਇੱਕ ਪਲ ਦੇ ਅੰਦਰ ਹੀ ਮਿੱਤਰਤਾ ਤੋੜ ਦਿੰਦੇ ਨੇ। ਐਸੇ ਲੋਕਾਂ ਦਾ ਅਗਲੇ ਪਲ ਵਿੱਚ ਇਹ ਕੀ ਕਰਨ ਜਾ ਰਹੇ ਨੇ ਉਹਨਾਂ ਦਾ ਕੋਈ ਪਤਾ ਨਹੀਂ ਹੁੰਦਾ। ਉਹ ਹਮੇਸ਼ਾ ਦੂਜਿਆਂ ਨੂੰ ਨੀਵਾਂ ਦਿਖਾਉਣ ਦਾ ਯਤਨ ਕਰਦੇ ਨੇ
ਤਾਂ ਇਸ ਢੰਗ ਦੇ ਨਾਲ ਜ਼ਿੰਦਗੀ ਦੇ ਅੰਦਰ ਉਹ ਆਪ ਤੇ ਦੁਖੀ ਹੈ ਨੇ, ਸੰਸਾਰ ਦੇ ਵਿੱਚ ਵੀ ਦੁੱਖ ਵੰਡਣ ਦਾ ਉਹ ਯਤਨ ਕਰਦੇ ਨੇ, ਕਾਰਨ ਬਣਦੇ ਨੇ। ਤੇ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੀ ਇਹ ਕਾਇਆ ਹਉਮੈ ਨਾਲ ਭਰੀ ਪਈ ਹੈ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਕੇਵਲ ਦੁੱਖ ਹੀ ਦੁੱਖ ਹੁੰਦੇ ਨੇ। ਤੇ ਜੇ ਇਸ ਦੁੱਖ ਨੂੰ ਬੰਦਾ ਮਿਟਾਉਣਾ ਚਾਹੇ, ਰੋਗ ਨੂੰ ਮਿਟਾਉਣਾ ਚਾਹੇ, ਤਾਂ ਉਹਨੂੰ ਮਿਟਾਉਣ ਦਾ ਇੱਕੋ ਹੀ ਸਾਧਨ ਹੈ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼, ਗੁਰੂ ਦਾ ਦਿੱਤਾ ਹੋਇਆ ਵੇ ਆਫ ਲਾਈਫ। ਗੁਰੂ ਦੇ ਦਿੱਤੇ ਵੇ ਆਫ ਲਾਈਫ ਤੋਂ ਬਿਨਾ ਇਹ ਹਉਮੈ ਦਾ ਰੋਗ, ਹਉਮੈ ਦਾ ਦੁੱਖ ਮਿਟਦਾ ਨਹੀਂ ਹੈ। ਜਿੰਨੇ ਮਰਜ਼ੀ ਹੋਰ ਬੰਦਾ ਕਰਮ ਕਾਂਡ ਕਰੀ ਜਾਏ, ਪੂਜਾ ਪਾਠ ਕਰੀ ਜਾਏ, ਤੀਰਥਾਂ ਆਦਿਕ ਦੇ ਇਸ਼ਨਾਨ ਕਰੀ ਜਾਏ, ਜਪ ਤਪ ਸੰਜਮ ਕਰੀ ਜਾਏ, ਇਹ ਹਉਮੈ ਦਾ ਰੋਗ ਮਿਟਦਾ ਨਹੀਂ। ਹਉਮੈ ਦਾ ਰੋਗ ਗੁਰੂ ਦਰਸਾਏ ਮਾਰਗ ਤੇ ਚੱਲਿਆ ਹੀ ਮਿਟਦਾ ਹੈ। ਸਤਿਗੁਰ ਮਿਲੇ ਤਾਂ ਨਿਰਮਲ ਹੋਵੇ, ਹਰ ਨਾਮੋਂ ਮਨ ਵਸਾਏ। ਮਨ ਦਾ ਮਤਲਬ ਮਨ ਵਿੱਚ। ਸਤਿਗੁਰ ਮਿਲੇ, ਜੇ ਗੁਰੂ ਮਿਲ ਪਏ, ਭਾਵ ਜੇ ਮਨੁ ਗੁਰੂ ਦੀ ਸ਼ਰਨ ਵਿੱਚ ਆ ਜਾਏ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣਾ ਆਰੰਭ ਕਰ ਦੇ, ਤਾਂ ਨਿਰਮਲ ਹੋਵੇ, ਤਾਂ ਇਹਦਾ ਮਨ ਨਿਰਮਲ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਯਾਨੀ ਕਿਸੇ ਦਾ ਵੀ ਜੋ ਮਨ ਹੈ, ਜੋ ਮਾਨਸਿਕਤਾ ਹੈ, ਜੇ ਮਨ ਬੁੱਧ ਦੇ ਅੰਦਰ ਮੈਲ ਹੈ ਵਿਕਾਰਾਂ, ਪਾਪਾਂ, ਅਪਰਾਧਾਂ ਦੀ, ਤਾਂ ਗੁਰੂ ਨੂੰ ਮਿਲਣ ਦੇ ਨਾਲ ਉਹ ਮੈਲ ਦੂਰ ਹੋ ਸਕਦੀ ਹੈ। ਮਨ ਨਿਰਮਲ ਹੋ ਸਕਦਾ ਹੈ, ਸੋਚ ਨਿਰਮਲ ਹੋ ਸਕਦੀ ਹੈ ਜੇ ਗੁਰੂ ਨੂੰ ਮਿਲੇ, ਗੁਰੂ ਦੇ ਦੱਸੇ ਰਾਹਾਂ ਤੇ ਤੁਰੇ। ਤੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਕੀ ਹੁੰਦਾ ਹੈ? ਹਰ ਨਾਮੋਂ ਮਨ ਵਸਾਏ। ਨਾਮੋਂ ਦਾ ਮਤਲਬ ਨਾਮ, ਯਾਨੀ ਰੱਬੀ ਹੁਕਮ, ਰੱਬੀ ਗੁਣ। ਕਿਉਂਕਿ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਦੇ ਨਾਲ ਮਨੁੱਖ ਰੱਬੀ ਗੁਣਾਂ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ, ਰੱਬੀ ਹੁਕਮ ਦੇ ਪਿਆਰ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ, ਰੱਬੀ ਹੁਕਮ ਦੇ ਅੰਦਰ ਚੱਲਦਾ ਹੈ, ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ। ਇਸ ਤਰ੍ਹਾਂ ਉਹਦਾ ਮਨ ਵਿਕਾਰਾਂ ਦੀ ਮੈਲ ਤੋਂ ਰਹਿਤ ਹੋ ਜਾਂਦਾ ਹੈ। ਪਰ ਇਹ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਮੇ ਕੇ ਰੰਗ। ਨਾਨਕ ਨਾਮ ਧਿਆਇਆ ਸੁਖ ਦਾਤਾ, ਦੁੱਖ ਵਿਸਰਿਆ ਸਹਿਜ ਸੁਭਾਏ। ਸੁਖ ਦਾਤਾ ਦਾ ਮਤਲਬ ਸੁਖਾਂ ਦੀ ਦਾਤ ਦੇਣ ਵਾਲਾ। ਧਿਆਇਆ ਦਾ ਮਤਲਬ ਧਿਆਨ ਦੇ ਅੰਦਰ ਰੱਖਿਆ। ਨਾਮ ਦਾ ਮਤਲਬ ਰੱਬੀ ਹੁਕਮ ਜਾਂ ਰੱਬੀ ਗੁਣ। ਜਿਨ੍ਹਾਂ ਨੇ ਸੁਖ ਦੇਣ ਵਾਲੇ ਰੱਬੀ ਹੁਕਮ ਨੂੰ ਆਪਣੇ ਮਨ ਅੰਦਰ ਵਸਾਇਆ, ਧਿਆਨ ਵਿੱਚ ਵਸਾਇਆ, ਦੁੱਖ ਵਿਸਰਿਆ ਸਹਿਜ ਸੁਭਾਏ। ਉਹਨਾਂ ਦਾ ਦੁੱਖ ਜਿਹੜਾ ਸੀ ਸਹਿਜ ਸੁਭਾਵਿਕ ਹੀ ਦੂਰ ਹੋ ਗਿਆ, ਕਿਉਂਕਿ ਉਹਨਾਂ ਦੇ ਅੰਦਰ ਆਤਮਿਕ ਅਡੋਲਤਾ ਪੈਦਾ ਹੋ ਗਈ, ਉਹਨਾਂ ਦੇ ਅੰਦਰ ਸੋਹਣਾ ਪਿਆਰ ਪ੍ਰਭੂ ਵਾਸਤੇ ਪੈਦਾ ਹੋ ਗਿਆ, ਤੇ ਉਹਨਾਂ ਦੇ ਜੀਵਨ ਦੇ ਅੰਦਰੋਂ ਦੁੱਖ ਭੁੱਲ ਗਏ, ਦੁੱਖ ਖਤਮ ਹੋ ਗਏ। ਹੁਣ ਜੋ ਸਾਰੇ ਸੁੱਖ ਦੇਣ ਵਾਲਾ ਹੈ ਉਹ ਹੈ ਪ੍ਰਭੂ ਦਾ ਨਾਮ, ਪ੍ਰਭੂ ਦਾ ਹੁਕਮ, ਰੱਬ ਦੇ ਗੁਣ। ਆਪਾਂ ਬਹੁਤ ਵਾਰ ਵਿਚਾਰ ਕਰ ਚੁੱਕੇ ਹਾਂ ਕਿ ਜਿੱਥੇ ਵੀ ਸਤ ਸੰਤੋਖ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ ਆਦਿਕ ਗੁਣ ਨੇ, ਉਸ ਮਨ, ਉਸ ਜੀਵਨ ਔਰ ਉਸ ਸਮਾਜ ਦੇ ਅੰਦਰ ਹੀ ਸੁਖ, ਸ਼ਾਂਤੀ, ਆਨੰਦ, ਖੇੜਾ ਔਰ ਪ੍ਰਸੰਨਤਾ ਹੈ। ਤੇ ਜਿੱਥੇ ਵੀ ਪਾਪ, ਵਿਕਾਰ, ਅਪਰਾਧ ਨੇ, ਉੱਥੇ ਹੀ ਦੁੱਖ ਔਰ ਅਸ਼ਾਂਤੀ ਹੈ। ਜਿੱਥੇ ਪਾਪ ਅਪਰਾਧ ਨੇ ਉਹ ਜ਼ਿੰਦਗੀ ਨਰਕ ਹੈ, ਤੇ ਜਿੱਥੇ ਰੱਬੀ ਸ਼ੁਭ ਗੁਣ ਨੇ, ਸੁਖ ਹੈ, ਉਹ ਜ਼ਿੰਦਗੀ ਸਵਰਗ ਹੈ। ਤੇ ਜੋ ਰੱਬੀ ਹੁਕਮ ਹੈ, ਜੋ ਰੱਬੀ ਗੁਣ ਨੇ, ਉਹ ਸੁਖਾਂ ਦੇ ਦਾਤਾ ਹੈ। ਸਾਰੇ ਸੁਖ ਰਜਾ ਵਿੱਚ ਤੁਰਨ ਵਿੱਚ ਨੇ, ਹੁਕਮ ਵਿੱਚ ਤੁਰਨ ਵਿੱਚ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੇ ਵੀ ਰੱਬੀ ਹੁਕਮ ਨੂੰ, ਰੱਬੀ ਗੁਣਾਂ ਨੂੰ ਆਪਣੇ ਧਿਆਨ ਅੰਦਰ ਵਸਾਇਆ, ਉਹਨਾਂ ਦੇ ਜੀਵਨ ਦੇ ਅੰਦਰ ਆਤਮਿਕ ਅਡੋਲਤਾ ਪੈਦਾ ਹੋਈ, ਪ੍ਰਭੂ ਦਾ ਪਿਆਰ ਪੈਦਾ ਹੋਇਆ। ਉਹਨਾਂ ਦਾ ਦੁੱਖ ਜਿਹੜਾ ਸੀ ਸਹਿਜ ਸੁਭਾਵਿਕ ਹੀ ਵਿਸਰ ਗਿਆ, ਖਤਮ ਹੋ ਗਿਆ। ਪੌੜੀ। ਜਿਨ ਜਗ ਜੀਵਨ ਉਪਦੇਸਿਆ, ਤਿਸ ਗੁਰ ਕੋ ਹੋਂ ਸਦਾ ਘੁਮਾਇਆ। ਜਿਨ ਉਪਦੇਸ਼ਿਆ ਦਾ ਮਤਲਬ ਜਿਨਨੇ ਰੱਬ ਨੂੰ ਨੇੜੇ ਵਿਖਾ ਦਿੱਤਾ। ਦਿਸ਼ ਦਾ ਮਤਲਬ ਹੁੰਦਾ ਹੈ ਹੱਥ ਦੇ ਨਾਲ ਇਸ਼ਾਰਾ ਕਰਕੇ ਵਿਖਾਣਾ, ਤੇ ਉਪ ਦਾ ਮਤਲਬ ਹੁੰਦਾ ਹੈ ਨੇੜੇ। ਉਪਦੇਸ਼ ਦਾ ਮਤਲਬ ਹੁੰਦਾ ਹੈ ਨੇੜੇ ਵਿਖਾਉਣਾ। ਜਿਨ ਜਗ ਜੀਵਨ ਉਪਦੇਸ਼ਿਆ, ਜਿਸਨੇ ਜਗਤ ਨੂੰ ਜੀਵਨ ਦੇਣ ਵਾਲਾ ਰੱਬ ਬੜੀ ਨੇੜੇ ਵਿਖਾ ਦਿੱਤਾ। ਆਮ ਬੰਦਾ ਦੂਰ ਸਮਝਦਾ ਨਾ ਰੱਬ ਨੂੰ, ਕਿ ਰੱਬ ਕਿਤੇ ਉੱਤੇ ਆਕਾਸ਼ ਮੰਡਲਾਂ ਵਿੱਚ ਬੈਠਾ ਹੈ, ਕਿਤੇ ਸਵਰਗ ਵਿੱਚ ਬੈਠਾ ਹੈ, ਜਾਂ ਜੰਨਤ ਵਿੱਚ ਬੈਠਾ ਹੈ, ਜਾਂ ਕਿਤੇ ਬੈਕੁੰਠ ਧਾਮ ਵਿੱਚ ਬੈਠਾ ਹੈ, ਦੂਰ ਬੈਠਾ ਹੈ।
ਆਮ ਬੰਦਾ ਦੂਰ ਸੀ, ਪਰ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਰੱਬ ਦੂਰ ਨਹੀਂ, ਰੱਬ ਨੇੜੇ ਹੈ। ਉਹ ਤੇ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ। ਉਹ ਤਾਂ ਸਦਾ ਹੀ ਨਾਲ ਹੈ, ਉਹ ਤਾਂ ਹਰ ਇੱਕ ਦੇ ਅੰਦਰ ਵਸ ਰਿਹਾ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਘਟ ਘਟ ਮੈਂ ਹਰ ਜੂ ਬਸੈ। ਤਾਂ ਤਿਸ ਗੁਰ ਕੋ ਸਦਾ ਘੁਮਾਇਆ, ਘੁਮਾਇਆ ਦਾ ਮਤਲਬ ਗੁਰੂ ਤੋਂ ਕੁਰਬਾਨ ਜਾਣਾ, ਵਾਰ ਨੇ ਸਦਕੇ ਜਾਣਾ। ਗੁਰੂ ਜੀ ਕਹਿੰਦੇ ਨੇ ਮੈਂ ਉਸ ਗੁਰੂ ਤੋਂ ਕੁਰਬਾਨ ਹਾਂ ਜਿਸ ਨੇ ਜਗਤ ਦਾ ਸਹਾਰਾ ਪ੍ਰਭੂ ਬਿਲਕੁਲ ਨੇੜੇ ਵਿਖਾ ਦਿੱਤਾ। ਹੁਣ ਗੁਰੂ ਨੇ ਤਾਂ ਸਾਨੂੰ ਨੇੜੇ ਵਿਖਾ ਦਿੱਤਾ ਕਿ ਉਹ ਨੇੜੇ ਹੈ, ਹਰ ਇਨਸਾਨ ਦੇ ਅੰਦਰ ਰੱਬ ਹੈ, ਹਰ ਇੱਕ ਦੇ ਅੰਦਰ ਰੱਬ ਦੀ ਜੋਤ ਹੈ, ਹਰ ਇੱਕ ਰੱਬ ਦਾ ਰੂਪ ਹੈ। ਜੋ ਦਿਸੈ ਸੋ ਤੇਰਾ ਰੂਪ। ਹੁਣ ਗੁਰੂ ਨੇ ਤੇ ਚੀਜ਼ ਵਿਖਾ ਦਿੱਤੀ, ਪਰ ਅਸੀਂ ਇਹਨੂੰ ਵੇਖਣਾ ਚਾਹੁੰਦੇ ਹਾਂ ਕਿ ਨਹੀਂ ਵੇਖਣਾ ਚਾਹੁੰਦੇ, ਹੁਣ ਸਾਡੇ ਤੇ ਡਿਪੈਂਡ ਕਰੇਗਾ ਅਸੀਂ ਇਸ ਚੀਜ਼ ਤੇ ਅਮਲ ਕਰਾਂਗੇ ਜਾਂ ਨਹੀਂ ਕਰਾਂਗੇ। ਜੇ ਫਿਰ ਵੀ ਅਸੀਂ ਆਪਣਾ ਹੀ ਵਿਚਾਰ ਬਣਾਈ ਰੱਖੀਏ ਕਿ ਨਹੀਂ ਜੀ ਰੱਬ ਤੇ ਦੂਰ ਹੈ, ਹਰ ਇੱਕ ਬੰਦਾ ਰੱਬ ਦਾ ਰੂਪ ਤੇ ਨਹੀਂ ਹੋ ਸਕਦਾ, ਹਰ ਇੱਕ ਦੇ ਅੰਦਰ ਰੱਬ ਤੇ ਨਹੀਂ ਹੈ। ਜੇ ਹੁਣ ਗੁਰੂ ਦੀ ਗੱਲ ਨੂੰ ਅਸੀਂ ਮੰਨੀਏ ਹੀ ਨਾ ਤਾਂ ਇਹਦੇ ਵਿੱਚ ਗੁਰੂ ਦਾ ਕੋਈ ਦੋਸ਼ ਤੇ ਨਹੀਂ ਹੈ। ਹੁਣ ਗੁਰੂ ਜੀ ਨੇ ਸਾਨੂੰ ਦੱਸ ਦਿੱਤਾ ਹੈ ਕਿ ਰੱਬ ਨੇੜੇ ਹੈ, ਹਰ ਬੰਦੇ ਵਿੱਚ ਰੱਬ ਵਸਦਾ ਹੈ। ਹੁਣ ਇੰਪਲੀਮੈਂਟ ਤੇ ਅਸਾਂ ਕਰਨਾ ਹੈ ਨਾ, ਕਿ ਅਸੀਂ ਆਪਣੇ ਵਿੱਚ ਵੀ ਰੱਬੀ ਗੁਣਾਂ ਨੂੰ ਵੇਖੀਏ, ਦੂਜੇ ਵਿੱਚ ਵੀ ਵੇਖੀਏ, ਔਰ ਅਸੀਂ ਇੱਕ ਦੂਜੇ ਦੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਕਰੀਏ। ਇੰਪਲੀਮੈਂਟ ਤਾਂ ਅਸਾਂ ਕਰਨਾ ਹੈ ਨਾ, ਇਹ ਰਿਕੁਆਇਰਮੈਂਟ ਪੂਰੀ ਤਾਂ ਸਾਨੂੰ ਕਰਨੀ ਪਵੇਗੀ ਨਾ, ਤਾਂ ਸਾਡੇ ਜੀਵਨ ਦਾ ਰਿਜ਼ਲਟ ਚੰਗਾ ਨਿਕਲੇਗਾ। ਤਾਂ ਗੁਰੂ ਜੀ ਕਹਿੰਦੇ ਨੇ ਮੈਂ ਕੁਰਬਾਨ ਹਾਂ ਉਸ ਗੁਰੂ ਤੋਂ ਜਿਸ ਨੇ ਮੈਨੂੰ ਰੱਬ ਨੇੜੇ ਵਿਖਾ ਦਿੱਤਾ। ਗੁਰੂ ਜੀ ਰਹਿਮਤ ਕਰਨ ਕਿ ਅਸੀਂ ਰੱਬ ਨੂੰ ਨੇੜੇ ਵੇਖ ਸਕੀਏ, ਇਸ ਚੀਜ਼ ਨੂੰ ਲੋਕ ਸਮਝ ਸਕਣ, ਆਪਣੀ ਸੋਚ ਨੂੰ ਬਦਲ ਸਕਣ, ਔਰ ਇਨਸਾਨੀਅਤ ਵਾਲੀ ਜ਼ਿੰਦਗੀ ਜੀਣ, ਰੱਬੀ ਗੁਣਾਂ ਦੇ ਧਾਰਨੀ ਹੋਣ, ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਔਰ ਸਤਿਕਾਰ ਕਰ। ਤਿਸ ਗੁਰ ਕੋ ਹੋਂ ਖੰਨੀਐ ਜਿਨ ਮਧਸੂਦਨ ਹਰ ਨਾਮ ਸੁਣਾਇਆ। ਮਧਸੂਦਨ ਜੋ ਕਰਮ ਜਾਲ ਨੂੰ ਤੋੜਨ ਵਾਲਾ ਹੈ। ਤਿਸ ਗੁਰ ਕੋ ਹੋਂ ਖੰਨੀਐ, ਖੰਨੀਐ ਦਾ ਮਤਲਬ ਕੁਰਬਾਨ ਹੋਣਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਉਸ ਗੁਰੂ ਤੋਂ ਕੁਰਬਾਨ ਹਾਂ ਜਿਸ ਨੇ ਕਰਮ ਜਾਲ ਨੂੰ ਤੋੜਨ ਵਾਲੇ ਪ੍ਰਭੂ ਦਾ ਨਾਮ ਮੈਨੂੰ ਸੁਣਾਇਆ ਹੈ। ਨਾਮ ਸੁਣਾਇਆ ਹੈ, ਨਾਮ ਸੁਣਾਉਣ ਦਾ ਮਤਲਬ ਨਾਮ ਦੀ ਸਿੱਖਿਆ ਦਿੱਤੀ ਹੈ। ਜਿਸ ਨੇ ਮੈਨੂੰ ਇਹ ਸਿੱਖਿਆ ਦਿੱਤੀ ਹੈ ਕਿ ਰੱਬੀ ਹੁਕਮ ਦੇ ਅੰਦਰ ਤੁਰਿਆ ਕਰਮ ਜਾਲ ਟੁੱਟ ਜਾਂਦੇ ਨੇ। ਰੱਬੀ ਹੁਕਮ ਦੇ ਅੰਦਰ ਤੁਰਿਆ ਜੋ ਰਾਖਸ਼ੀ ਬਿਰਤੀਆਂ ਨੇ ਅੰਦਰੋਂ ਖਤਮ ਹੋ ਜਾਂਦੀਆਂ ਨੇ। ਮੈਂ ਕੁਰਬਾਨ ਆ ਉਸ ਗੁਰੂ। ਹੁਣ ਇਹ ਸਾਰਾ ਕੁਝ ਰੱਬੀ ਹੁਕਮ ਦੇ ਅੰਦਰ ਤੁਰਿਆ ਹੋਵੇਗਾ, ਰੱਬ ਦੇ ਗੁਣਾਂ ਨੂੰ ਇੰਪਲੀਮੈਂਟ ਕਰਨ ਦੇ ਨਾਲ ਹੋਏਗਾ। ਜਿਵੇਂ ਕੁਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਕਟ ਚਹੂੜੀ ਮੁੱਠੀ ਕ੍ਰੋਧ ਚੰਡਾਲ, ਇਹ ਸਾਰੀਆਂ ਜਿਹੜੀਆਂ ਬਿਰਤੀਆਂ ਨੇ ਇਹ ਰੱਬੀ ਗੁਣਾਂ ਨੂੰ ਤਿਆਗਣ ਕਰਕੇ ਹੋ ਗਈਆਂ ਨਾ ਪੈਦਾ। ਸੱਚ ਨੂੰ ਛੱਡ ਦਿੱਤਾ ਤਾਂ ਝੂਠ ਪੈਦਾ ਹੋ ਜਾਏ। ਜੇ ਅਸੀਂ ਪ੍ਰੇਮ ਕਰਨਾ ਛੱਡ ਦਿਆਂਗੇ, ਈਰਖਾ ਜੈਲਸੀ ਆਟੋਮੈਟਿਕਲੀ ਅੰਦਰ ਆ ਜਾਏਗੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਉਸ ਗੁਰੂ ਤੋਂ ਕੁਰਬਾਨ ਹਾਂ, ਵਾਰਨੇ ਹਾਂ, ਸਦਕੇ ਹਾਂ ਜਿਸ ਨੇ ਮੈਨੂੰ ਪ੍ਰਭੂ ਦੇ ਹੁਕਮ ਦੀ, ਪ੍ਰਭੂ ਦੇ ਗੁਣਾਂ ਦੀ ਸਿੱਖਿਆ ਦਿੱਤੀ ਹੈ ਔਰ ਮੈਨੂੰ ਪ੍ਰਭੂ ਦੇ ਗੁਣਾਂ ਦੇ ਨਾਲ ਜੋੜਿਆ ਹੈ। ਹੁਣ ਗੁਰੂ ਜੀ ਨੇ ਸਿੱਖਿਆ ਦੇਣੀ ਹੈ, ਗੁਰੂ ਜੀ ਨੇ ਸਿੱਖਿਆ ਦੇ ਦਿੱਤੀ ਹੈ, ਉਸ ਸਿੱਖਿਆ ਦੇ ਉੱਤੇ ਅਮਲ ਹੁਣ ਸਿੱਖ ਨੇ ਕਰਨਾ ਹੈ। ਤਾਂ ਹੀ ਸਿੱਖ ਸਿੱਖ ਹੈ ਜਦੋਂ ਉਹ ਗੁਰੂ ਦੀ ਸਿੱਖਿਆ ਤੇ ਅਮਲ ਕਰਦਾ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੇ ਵਿਚਾਰ ਨੂੰ, ਗੁਰੂ ਦੀ ਸਿੱਖਿਆ ਨੂੰ ਅਮਲ ਵਿੱਚ ਲਿਆਉਣ ਵਾਲਾ ਹੀ ਤੇ ਸਿੱਖ ਹੈ। ਹੁਣ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਮਲੀ ਰੂਪ ਦੇਣਾ ਹੈ ਔਰ ਗੁਰੂ ਕੇ ਸਿੱਖ ਹੋਣ ਦਾ ਯਤਨ ਕਰਨਾ ਹੈ। ਤਿਸ ਗੁਰ ਕੋ ਹੋਂ ਵਾਰਣੈ ਜਿਨ ਹੋਮੈ ਬਿਖ ਸਭ ਰੋਗ ਗਵਾਇਆ। ਮੈਂ ਉਸ ਗੁਰੂ ਤੋਂ ਕੁਰਬਾਨ ਵਾਰਨੇ ਸਦਕੇ ਹਾਂ ਜਿਨੇ ਜ਼ਹਿਰ ਰੂਪ ਹੋਮੇ ਦਾ ਰੋਗ ਔਰ ਇਸ ਰੋਗ ਤੋਂ ਪੈਦਾ ਹੋਏ ਸਾਰੇ ਦੁੱਖ ਗਵਾ ਦਿੱਤੇ, ਵਿਕਾਰਾਂ ਦਾ ਸਾਰਾ ਰੋਗ ਗਵਾ ਦਿੱਤਾ। ਜਿਨ ਹੋਮੇ ਬਿਖ ਸਭ ਰੋਗ ਗਵਾਇਆ, ਜਿਸ ਨੇ ਹੋਮੇ ਰੂਪ ਜ਼ਹਿਰ ਤੇ ਹੋਰ ਸਾਰਾ ਵਿਕਾਰਾਂ ਦਾ ਜਿਹੜਾ ਸੀ ਰੋਗ ਗਵਾ ਦਿੱਤਾ। ਜ਼ਿੰਦਗੀ ਦੇ ਅੰਦਰ ਕਿੰਨੇ ਸਾਰੇ ਰੋਗ ਨੇ ਨਾ, ਕਾਮ ਕ੍ਰੋਧ ਆਦਿਕ, ਹੋਮੇ ਆਦਿਕ ਦਾ ਰੋਗ। ਤਾਂ ਮੈਂ ਉਸ ਗੁਰੂ ਤੋਂ ਕੁਰਬਾਨ ਹਾਂ ਜਿਸ ਨੇ ਮੇਰੀ ਜ਼ਿੰਦਗੀ ਦੇ ਅੰਦਰੋਂ ਇਹ ਰੋਗ ਹੀ ਖਤਮ ਕਰ ਦਿੱਤੇ।
ਹੁਣ ਇਹ ਰੋਗ ਖਤਮ ਹੋ ਜਾਣਗੇ ਜਦੋਂ ਅਸੀਂ ਗੁਰੂ ਦੇ ਦੱਸੇ ਰਾਹਾਂ ਤੇ ਤੁਰਾਂਗੇ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਜਦੋਂ ਬੰਦਾ ਬੰਦੇ ਵਿੱਚ ਰੱਬ ਨੂੰ ਵੇਖ ਕੇ ਰੱਬ ਵਰਗਾ ਪਿਆਰ ਵਿਹਾਰ ਕਰੇਗਾ ਤਾਂ ਫਿਰ ਇਹ ਰੋਗ ਜਿਹੜੇ ਨੇ ਆਟੋਮੈਟਿਕਲੀ ਖਤਮ ਹੋ ਜਾਣਗੇ। ਜਦੋਂ ਬੰਦਾ ਸੱਚ ਦੇ ਨਾਲ ਜੁੜੇਗਾ, ਸੱਚੀ ਜ਼ਿੰਦਗੀ ਜੀਵੇਗਾ, ਤਾਂ ਇਸ ਦਾ ਜੀਵਨ ਸੁਖੀ ਔਰ ਸ਼ਾਂਤ ਹੋ ਜਾਏਗਾ। ਤਿਸ ਸਤਿਗੁਰ ਕੋ ਵੱਡ ਪੁੰਨ ਹੈ, ਜਿਨ ਅਵਗਣ ਕੱਟ ਗੁਣੀ ਸਮਝਾਇਆ। ਵੱਡ ਪੁੰਨ ਹੈ ਦਾ ਮਤਲਬ ਵੱਡਾ ਉਪਕਾਰ ਹੈ, ਵੱਡਾ ਉਪਕਾਰ ਹੈ ਗੁਰਾਂ ਦਾ। ਤੇ ਸਤਿਗੁਰ ਕੋ ਵੱਡ ਪੁੰਨ ਹੈ, ਜਿਨ ਅਵਗਣ ਕੱਟ ਗੁਣੀ ਸਮਝਾਇਆ। ਜਿਸ ਗੁਰੂ ਨੇ ਜੀਵ ਦੇ ਅਵਗਣ ਪਾਪ ਕੱਟ ਕੇ ਗੁਣਾਂ ਦੇ ਖਜ਼ਾਨੇ ਪ੍ਰਭੂ ਦੀ ਸੋਝੀ ਪਾਈ, ਉਹਦਾ ਜੀਵਾਂ ਉੱਤੇ ਬਹੁਤ ਵੱਡਾ ਪੁੰਨ ਹੈ, ਬਹੁਤ ਵੱਡਾ ਉਪਕਾਰ ਹੈ। ਗੁਰੂ ਦਾ ਸੰਸਾਰ ਦੇ ਲੋਕਾਂ ਦੇ ਉੱਤੇ ਇਹ ਉਪਕਾਰ ਹੈ ਕਿ ਜਿਨਨੇ ਅਵਗੁਣਾਂ ਨੂੰ ਕੱਟ ਕੇ, ਅਵਗੁਣਾਂ ਨੂੰ ਛੱਡ ਕੇ ਰੱਬੀ ਗੁਣਾਂ ਦੇ ਨਾਲ ਜੁੜਨ ਦੀ ਸਿੱਖਿਆ ਦਿੱਤੀ, ਗੁਣਾਂ ਦੇ ਨਾਲ ਸਾਨੂੰ ਜੋੜਿਆ। ਔਰ ਗੁਰਬਾਣੀ ਦੇ ਅੰਦਰ ਬਾਰ-ਬਾਰ ਇਹ ਗੱਲ ਕਹੀ ਜਾ ਰਹੀ ਹੈ, ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਹੀ ਦਿਓ, ਕਿ ਇਹ ਮੇਰੇ ਮਨ ਅਵਗੁਣਾਂ ਨੂੰ ਛੱਡ ਦੇ। ਜਿਹੜੀ ਭੱਜ ਦੌੜ ਕਰਨੀ ਹੈ ਉਹ ਗੁਣਾਂ ਵਾਸਤੇ ਕਰ, ਕਿਉਂਕਿ ਅਵਗੁਣ ਕਰਕੇ ਜ਼ਿੰਦਗੀ ਦੇ ਅੰਦਰ ਪਛਤਾਵਾ ਹੋਏਗਾ। ਜ਼ਿੰਦਗੀ ਦੇ ਅੰਦਰ ਹੋਰ ਕੁਝ ਵੀ ਨਹੀਂ ਮਿਲਣਾ ਸਿਵਾਏ ਪਛਤਾਵੇ। ਤਾਂ ਇਹ ਗੁਰੂ ਦਾ ਸਾਡੇ ਉੱਤੇ ਬਹੁਤ ਵੱਡਾ ਪਰਉਪਕਾਰ ਹੈ ਤੇ ਸਾਨੂੰ ਗੁਰੂ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਹੇ ਗੁਰਦੇਵ ਪਾਤਸ਼ਾਹ, ਧੰਨਵਾਦ ਆਪ ਦਾ, ਜਿਨਨੇ ਸਾਨੂੰ ਗੁਣਾਂ ਦੇ ਨਾਲ ਜੋੜ ਕੇ ਪਾਪਾਂ ਵਿਕਾਰਾਂ ਤੋਂ ਵੀ ਬਚਾਇਆ ਔਰ ਸਾਨੂੰ ਕਰਮ ਕਾਂਡਾਂ ਤੋਂ ਵੀ ਬਚਾਇਆ। ਸੋ ਸਤਿਗੁਰ ਤਿਨ ਕੋ ਭੇਟਿਆ, ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ। ਜਿਨ੍ਹਾਂ ਦੇ ਮੂੰਹ ਮੱਥੇ ਤੇ, ਮੁਖ ਮਸਤਕ ਦਾ ਮਤਲਬ ਮੂੰਹ ਮੱਥੇ ਤੇ ਭਾਗ ਲਿਖਿਆ ਹੈ। ਹੁਣ ਭਾਗ ਲਿਖਣਾ ਕੀ ਹੈ? ਲੇਖ, ਭਾਗ, ਇਹਨਾਂ ਬਾਰੇ ਅਸੀਂ ਪਹਿਲਾਂ ਕਈ ਵਾਰ ਵਿਚਾਰ ਕਰ ਚੁੱਕੇ ਹਾਂ ਕਿ ਜੋ ਕੁਝ ਵੀ ਬੰਦਾ ਸੋਚਦਾ ਹੈ, ਵਿਚਾਰਦਾ ਹੈ, ਬੋਲਦਾ ਹੈ, ਉਹ ਇਹਦੇ ਅੰਦਰ ਇਹਦਾ ਬਿਲੀਫ ਸਿਸਟਮ ਬਣ ਜਾਂਦਾ ਹੈ। ਇਹਦਾ ਬਿਲੀਫ, ਇਹਦਾ ਵਿਸ਼ਵਾਸ ਬਣਦਾ ਹੈ। ਔਰ ਉਹ ਜੋ ਅੰਦਰ ਵਿਸ਼ਵਾਸ ਬਣਦਾ ਹੈ, ਅੰਦਰ ਵਿਚਾਰ ਪੈਦਾ ਹੁੰਦੇ ਨੇ, ਉਹਨਾਂ ਨੂੰ ਇਹ ਬਾਰ-ਬਾਰ ਦੁਹਰਾਉਂਦਾ ਹੈ ਤਾਂ ਇਹਦਾ ਸੁਭਾਅ ਬਣ ਜਾਂਦਾ ਹੈ। ਔਰ ਉਸ ਸੁਭਾਅ ਮੁਤਾਬਕ ਹੀ ਬੰਦਾ ਜ਼ਿੰਦਗੀ ਜੀਂਦਾ ਹੈ ਤੇ ਜਿਹੋ ਜਿਹਾ ਫਿਰ ਸੁਭਾਅ ਮੁਤਾਬਕ ਬੋਲੇਗਾ, ਵਿਹਾਰ ਕਰੇਗਾ, ਰਿਜ਼ਲਟ ਵੀ ਉਵੇਂ ਦਾ ਹੀ ਨਿਕਲੇਗਾ। ਇਸ ਲਈ ਇੱਥੇ ਮੁੱਖ ਮਸਤਕ ਭਾਗ ਦਾ ਮਤਲਬ ਕਿ ਸ਼ੁਰੂ ਤੋਂ ਲੈ ਕੇ ਜਿਨ੍ਹਾਂ ਦੇ ਅੰਦਰ ਚੰਗੇ ਸੰਸਕਾਰ ਪੈਦਾ ਹੋਏ, ਸਤਿਗੁਰੂ ਵੀ ਉਹਨਾਂ ਨੂੰ ਹੀ ਮਿਲਦਾ ਹੈ। ਐਸਾ ਗੁਰੂ ਉਹਨਾਂ ਨੂੰ ਮਿਲਿਆ ਜਿਨ੍ਹਾਂ ਦੇ ਅੰਦਰ ਪਿਛਲੇ ਕੀਤੇ ਚੰਗੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਲਿਖਿਆ ਹੁੰਦਾ ਹੈ। ਹੁਣ ਕਈ ਲੋਕ ਨੇ ਸ਼ੁਰੂ ਤੋਂ ਲੈ ਕੇ ਹੀ ਉਹਨਾਂ ਨੇ ਗੁਰੂ ਦੀ ਗੱਲ ਸੁਣੀ ਹੀ ਨਹੀਂ, ਗੁਰੂ ਦੀ ਗੱਲ ਕੀਤੀ ਹੀ ਨਹੀਂ, ਉਹਨਾਂ ਦੇ ਅੰਦਰ ਇਹ ਲੇਖ ਹੀ ਨਹੀਂ ਹਨ। ਉਹਨਾਂ ਨੇ ਕਰਮ ਕਾਂਡਾਂ ਬਾਰੇ ਹੀ ਸੁਣਿਆ ਹੈ, ਕਰਮ ਕਾਂਡਾਂ ਬਾਰੇ ਬੋਲਿਆ ਹੈ, ਉਹ ਕਰਮ ਕਾਂਡੀ ਹੋ ਗਏ ਨੇ। ਤੇ ਜਿਨ੍ਹਾਂ ਨੇ ਗੁਰੂ ਦੀ ਗੱਲ ਸੁਣੀ ਹੈ, ਗੁਰੂ ਦੀ ਗੱਲ ਕੀਤੀ ਹੈ, ਉਹ ਹੌਲੇ ਹੌਲੇ ਗੁਰੂ ਦੇ ਨਾਲ ਜੁੜ ਗਏ ਨੇ। ਉਹਨਾਂ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ, ਉਹ ਗੁਰੂ ਦੇ ਚਰਨਾਂ ਵਿੱਚ ਜਾਂਦੇ ਨੇ ਔਰ ਫਿਰ ਉਹ ਸੰਸਕਾਰ ਜਿਹੜੇ ਨੇ ਉਹ ਬੀਜ ਅੰਦਰ ਬੀਜੇ ਹੋਏ ਰੁੱਖ ਬਣ ਜਾਂਦੇ ਨੇ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਨਾਮ ਭਾਈ ਲਹਿਣਾ ਸੀ, ਉਹਨਾਂ ਨੇ ਗੁਰੂ ਨਾਨਕ ਦੇਵ ਬਾਰੇ ਸੁਣਿਆ ਸੀ ਨਾ, ਕਿ ਗੁਰੂ ਨਾਨਕ ਦੇਵ ਜੀ ਮਹਾਨ ਗੁਰੂ ਨੇ ਜੋ ਜਗਤ ਨੂੰ ਇੱਕ ਨਵੀਂ ਸੋਚ ਦੇ ਰਹੇ ਨੇ, ਸੁਣਿਆ ਸੀ। ਫਿਰ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲੇ, ਉਹ ਅੰਦਰਲੇ ਸੰਸਕਾਰ ਕਰਕੇ ਮਿਲੇ ਨਾ। ਜੇ ਸੁਣਿਆ ਹੀ ਨਾ ਹੁੰਦਾ ਤਾਂ ਕਿਵੇਂ ਮਿਲਦੇ? ਜਦੋਂ ਗੁਰੂ ਨਾਨਕ ਦੇਵ ਜੀ ਨੂੰ ਮਿਲੇ, ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਪੱਕੇ ਤੌਰ ਤੇ ਟਿਕ ਗਏ ਨਾ ਔਰ ਗੁਰੂ ਦਾ ਹੀ ਉਹ ਰੂਪ ਹੋ ਗਏ। ਇਸੇ ਨੂੰ ਕਹਿੰਦੇ ਨੇ ਭਾਗ ਲਿਖ ਪਾਇਆ। ਜੋ ਪੂਰੇ ਪਿਛਲੇ ਜੋ ਸੰਸਕਾਰ ਨੇ, ਉਹਨਾਂ ਸੰਸਕਾਰਾਂ ਮੁਤਾਬਕ ਬੰਦੇ ਨੂੰ ਗੁਰੂ ਮਿਲਦਾ ਹੈ। ਜਦੋਂ ਅਸੀਂ ਕਿਤੋਂ ਸੁਣਦੇ ਹਾਂ, ਸੋਚਦੇ ਹਾਂ, ਪੜ੍ਹਦੇ ਹਾਂ ਗੁਰੂ ਬਾਰੇ, ਫਿਰ ਅਸੀਂ ਗੁਰੂ ਦੇ ਨਜ਼ਦੀਕ ਆਉਂਦੇ ਹਾਂ, ਫਿਰ ਅਸੀਂ ਗੁਰੂ ਦੀ ਪਾਵਨ ਬਾਣੀ ਪੜ੍ਹਦੇ ਹਾਂ, ਗੁਰੂ ਦੇ ਅਰਥ ਭਾਵ ਵਿਚਾਰਦੇ ਹਾਂ ਔਰ ਉਸ ਚੀਜ਼ ਨੂੰ ਇੰਪਲੀਮੈਂਟ ਕਰਦੇ ਹਾਂ, ਤਾਂ ਸਾਨੂੰ ਪ੍ਰਭੂ ਦਾ ਮਿਲਾਪ ਹੁੰਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰੂ ਵੀ ਉਹਨਾਂ ਨੂੰ ਹੀ ਮਿਲਿਆ ਹੈ ਜਿਨ੍ਹਾਂ ਦੇ ਮੁੱਖ ਮਸਤਕ ਤੇ ਚੰਗੇ ਸੰਸਕਾਰ ਲਿਖੇ ਨੇ।
ਸ਼ਲੋਕ ਮਹਿਲਾ ਤੀਜਾ। ਭਗਤ ਕਰਹਿ ਮਰ ਜੀਵੜੇ, ਗੁਰਮੁਖ ਭਗਤ ਸਦਾ ਹੋਏ। ਮਰ ਜੀਵੜੇ ਦਾ ਮਤਲਬ ਜੋ ਮਰ ਕੇ ਜੀ ਰਹੇ ਨੇ। ਮਰ ਜੀਵੜੇ ਦਾ ਮਤਲਬ ਜਿਹੜੇ ਮਰ ਕੇ ਜਿਉਂਦੇ ਨੇ। ਹੁਣ ਮਰ ਕੇ ਜੀਣ ਵਾਲੇ ਕਿਹੜੇ ਨੇ? ਜਿਨ੍ਹਾਂ ਨੇ ਆਪਾ ਭਾਵ ਮਾਰਿਆ ਹੈ, ਜੋ ਸੰਸਾਰ ਵਾਲੀ ਬਿਰਤੀ ਨੂੰ ਜਿਨ੍ਹਾਂ ਨੇ ਤਿਆਗਿਆ ਹੈ, ਜਿਨ੍ਹਾਂ ਨੇ ਮਾਇਆ ਦੀ ਬਿਰਤੀ ਨੂੰ ਤਿਆਗਿਆ ਹੈ। ਜੋ ਆਪਾਂ ਆਮ ਮਾਇਆ ਦੀ ਗੱਲ ਕਰਦੇ ਹਾਂ, ਇੱਕ ਸੋਚ ਜੋ ਸਾਨੂੰ ਰੱਬ ਨਾਲ ਨਹੀਂ ਜੁੜਨ ਦਿੰਦੀ, ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ। ਜਿਨ੍ਹਾਂ ਨੇ ਇਸ ਸੋਚ ਨੂੰ ਛੱਡ ਦਿੱਤਾ ਹੈ, ਯਾਨੀ ਪਾਪਾਂ ਵਿਕਾਰਾਂ ਦੀ ਸੋਚ ਨੂੰ ਛੱਡ ਕੇ ਜੋ ਜੀ ਰਹੇ ਨੇ, ਉਹਨਾਂ ਨੂੰ ਕਹਿੰਦੇ ਨੇ ਮਰ ਜੀਵੜੇ। ਸੰਸਾਰ ਦੇ ਮੋਹ ਵੱਲੋਂ ਮਰ ਕੇ ਜੀ ਰਹੇ ਨੇ। ਅਸਲ 'ਚ ਰੱਬ ਦੀ ਸੱਚੀ ਭਗਤੀ ਉਹ ਕਰ ਰਹੇ ਨੇ। ਤਾਂ ਰੱਬ ਦੀ ਸੱਚੀ ਭਗਤੀ ਕੀ ਹੋਈ? ਵਿਕਾਰਾਂ ਵੱਲੋਂ ਮਰ ਕੇ ਜੀਣਾ, ਗੁਣਾਂ ਵਾਲੀ ਜ਼ਿੰਦਗੀ ਜੀਣੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਰੱਬੀ ਗੁਣ ਗਾਉਂਦੇ ਨੇ ਉਹ ਸੰਸਾਰ ਵੱਲੋਂ ਮਰ ਕੇ ਜੀਂਦੇ ਨੇ, ਵਿਕਾਰਾਂ ਵੱਲੋਂ ਮਰ ਕੇ ਜ਼ਿੰਦਗੀ ਜੀਂਦੇ ਨੇ, ਸੰਸਾਰ ਵਿੱਚ ਨਿਰਲੇਪ ਹੋ ਕੇ ਜਿਉਂਦੇ ਨੇ। ਪਰ ਇਹ ਭਗਤੀ ਮਿਲਦੀ ਕਿਵੇਂ ਹੈ? ਗੁਰਮੁਖ ਭਗਤ ਸਦਾ ਹੋਏ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹ ਭਗਤੀ ਉਹਨਾਂ ਪਾਸੋਂ ਹੋ ਸਕਦੀ ਹੈ, ਐਸੀ ਸੋਚ ਉਹਨਾਂ ਦੀ ਬਣਦੀ ਹੈ ਜੋ ਗੁਰਮੁਖ ਹੁੰਦੇ ਨੇ। ਗੁਰਮੁਖ ਦਾ ਮਤਲਬ ਜੋ ਗੁਰੂ ਦੇ ਸਨਮੁਖ ਹੁੰਦੇ ਨੇ, ਜੋ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋ ਜਾਂਦੇ ਨੇ। ਫਿਰ ਉਹ ਰੱਬੀ ਗੁਣਾਂ ਦੇ ਨਾਲ ਜੁੜਦੇ ਨੇ, ਔਰ ਐਸੇ ਲੋਕ ਅਸਲੀ ਭਗਤੀ ਕਰਨ ਵਾਲੇ ਨੇ। ਉਹ ਸੰਸਾਰ ਵੱਲੋਂ ਮਰ ਕੇ ਜੀ ਰਹੇ ਨੇ। ਤਾਂ ਦੇਖੋ, ਇਸ ਪੰਕਤੀ ਦੇ ਅੰਦਰ ਰੱਬ ਦੀ ਭਗਤੀ ਵਾਸਤੇ ਕਿੰਨਾ ਸਪਸ਼ਟ ਗੁਰੂ ਸਾਹਿਬ ਨੇ ਸਾਨੂੰ ਕਰ ਦਿੱਤਾ ਨਾ, ਕਿ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਵਿਕਾਰਾਂ ਵੱਲੋਂ ਮਰ ਕੇ ਜੀਣਾ ਹੀ ਰੱਬ ਦੀ ਭਗਤੀ। ਭਗਤ ਕਰੇ ਮਰ ਜੀਵੜੇ, ਗੁਰਮੁਖ ਭਗਤ ਸਦਾ ਹੋਏ। ਇਹ ਜੋ ਭਗਤੀ ਹੈ, ਜੋ ਰਾਸਤਾ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਮਿਲਦਾ ਹੈ। ਔਰ ਗੁਰੂ ਦੇ ਦੱਸੇ ਰਾਹਾਂ ਤੇ ਤੁਰ ਕੇ ਜਿਹੜੇ ਭਗਤੀ ਵਾਲੇ ਨੇ, ਮਰ ਜੀਵੜੇ ਨੇ, ਭਾਵ ਕਿ ਉਹ ਵਿਕਾਰਾਂ ਵੱਲੋਂ ਮਰ ਕੇ ਜੀਂਦੇ ਨੇ, ਨਿਰਲੇਪ ਹੋ ਕੇ ਜੀਂਦੇ ਨੇ। ਤੇ ਇਹੀ ਰੱਬ ਦੀ ਭਗਤੀ। ਉਹਨਾਂ ਕੋ ਧੁਰ ਭਗਤ ਖਜ਼ਾਨਾ ਬਖਸ਼ਿਆ, ਮੇਟ ਨਾ ਸਕੇ ਕੋਈ। ਧੁਰ ਦਾ ਮਤਲਬ ਧੁਰ ਤੋਂ ਹੀ, ਭਗਤ ਖਜ਼ਾਨਾ ਬਖਸ਼ਿਆ ਦਾ ਮਤਲਬ ਭਗਤੀ ਦਾ ਖਜ਼ਾਨਾ ਬਖਸ਼ਿਆ। ਮੇਟ ਨਾ ਸਕੇ ਕੋਈ ਦਾ ਮਤਲਬ ਇਸ ਚੀਜ਼ ਨੂੰ ਕੋਈ ਮਿਟਾ ਨਹੀਂ ਸਕਦਾ, ਇਸ ਗੱਲ ਨੂੰ ਕੋਈ ਝੁਠਲਾ ਨਹੀਂ ਸਕਦਾ। ਐਸੇ ਲੋਕਾਂ ਨੂੰ, ਕਿਹੜੇ? ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਨੇ ਔਰ ਸੰਸਾਰ ਵੱਲੋਂ ਨਿਰਲੇਪ ਹੋ ਕੇ ਜਿਉਂਦੇ ਨੇ, ਉਹਨਾਂ ਕੋ ਧੁਰ ਭਗਤ ਖਜ਼ਾਨਾ ਬਖਸ਼ਿਆ। ਧੁਰ ਤੋਂ ਦਾ ਮਤਲਬ ਸ਼ੁਰੂ ਤੋਂ ਹੀ ਐਸੇ ਲੋਕਾਂ ਨੂੰ ਹੀ ਭਗਤੀ ਦਾ ਖਜ਼ਾਨਾ ਮਿਲਿਆ ਹੈ। ਮੇਟ ਨਾ ਸਕੇ ਕੋਈ, ਇਸ ਗੱਲ ਨੂੰ ਕੋਈ ਝੁਠਲਾ ਨਹੀਂ ਸਕਦਾ, ਮਿਟਾ ਨਹੀਂ ਸਕਦਾ। ਯਾਨੀ ਗਿਆਨ ਗੁਰੂ ਦੇ ਰਾਹਾਂ ਤੇ ਚੱਲ ਕੇ ਹੀ ਇਹ ਭਗਤੀ ਹੋ ਸਕਦੀ ਹੈ, ਗੁਣਾਂ ਦੇ ਧਾਰਨੀ ਹੋਇਆ ਜਾ ਸਕਦਾ ਹੈ। ਤੇ ਇਹ ਗੱਲ ਅੱਜ ਤੋਂ ਨਹੀਂ, ਇਹ ਧੁਰ ਤੋਂ, ਸ਼ੁਰੂ ਤੋਂ, ਜਦੋਂ ਤੋਂ ਇਹ ਕਾਇਨਾਤ ਹੋਂਦ ਵਿੱਚ ਆਈ, ਇਹ ਨੇਮ ਚੱਲਿਆ ਆ ਰਿਹਾ ਹੈ ਕਿ ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲੇਗਾ। ਜਿਹੜਾ ਗੁਣਾਂ ਦਾ ਧਾਰਨੀ ਹੋਏਗਾ, ਅਵਗੁਣਾਂ ਵੱਲੋਂ ਨਿਰਲੇਪ ਹੋਏਗਾ, ਉਸੇ ਨੂੰ ਇਹ ਖਜ਼ਾਨਾ ਮਿਲੇਗਾ। ਦੂਜਿਆਂ ਨੂੰ ਨਾ ਪਹਿਲਾਂ ਕਦੀ ਮਿਲਿਆ, ਨਾ ਅੱਜ ਮਿਲਿਆ। ਇਤਿਹਾਸ ਵਾਚ ਕੇ ਦੇਖ ਲਓ, ਅੱਜ ਦੇ ਸੰਸਾਰ ਨੂੰ ਵੇਖ ਲਓ, ਆਉਣ ਵਾਲੇ ਸਮੇਂ ਬਾਰੇ ਅੰਦਾਜ਼ਾ ਲਗਾ ਲਓ ਕਿ ਕੀ ਗੁਰੂ ਦੀ ਬਾਣੀ ਨੂੰ ਇੰਪਲੀਮੈਂਟ ਕਰਨ ਤੋਂ ਬਿਨਾਂ, ਰੱਬੀ ਗੁਣਾਂ ਨੂੰ ਧਾਰਨ ਕਰਨ ਤੋਂ ਬਿਨਾਂ, ਰੱਬੀ ਰਜਾ ਵਿੱਚ ਤੁਰਨ ਤੋਂ ਬਿਨਾਂ, ਕੀ ਕੋਈ ਰੱਬ ਦੀ ਭਗਤੀ ਹੋ ਸਕਦੀ ਹੈ? ਜਾਂ ਸੁੱਖ ਮਿਲ ਸਕਦਾ ਹੈ? ਜਾਂ ਇਨਸਾਨੀਅਤ ਪੈਦਾ ਹੋ ਸਕਦੀ ਹੈ? ਕਿ ਬੰਦਾ ਜਪ ਜਪੀ ਜਾਏ, ਤਪ ਤਪੀ ਜਾਏ, ਲੇਕਿਨ ਆਪਣੀ ਸੋਚ ਨੂੰ ਨਾ ਬਦਲੇ, ਤਾਂ ਉਹ ਕੋਈ ਭਗਤੀ ਥੋੜਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਐਸੇ ਬੰਦਿਆਂ ਨੂੰ ਧੁਰ ਤੋਂ, ਸ਼ੁਰੂ ਤੋਂ ਹੀ ਭਗਤੀ ਦੇ ਖਜ਼ਾਨੇ ਦੀ ਦਾਤ ਬਖਸ਼ੀ ਹੋਈ ਹੈ, ਮਿਲੀ ਹੋਈ ਹੈ। ਕੋਈ ਇਸ ਚੀਜ਼ ਨੂੰ ਝੁਠਲਾ ਨਹੀਂ ਸਕਦਾ। ਗੁਣ ਨਿਧਾਨ ਮਨ ਪਾਇਆ, ਏਕੋ ਸੱਚਾ ਸੋਏ। ਉਹਨਾਂ ਨੇ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਆਪਣੇ ਮਨ ਵਿੱਚੋਂ ਹੀ ਲੱਭ ਲਿਆ ਹੈ। ਪਾਇਆ ਦਾ ਮਤਲਬ ਪਾ ਲਿਆ ਹੈ, ਲੱਭ ਲਿਆ ਹੈ। ਮਨ ਦੇ ਨੰਨੇ ਨਾਲ ਸਿਹਾਰੀ ਮਤਲਬ ਮਨ ਵਿੱਚ। ਉਹਨਾਂ ਨੇ ਉਸ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਆਪਣੇ ਮਨ ਵਿੱਚ ਹੀ ਲੱਭ ਲਿਆ ਹੈ। ਏਕੋ ਸੱਚਾ ਸੋਏ, ਜੋ ਇੱਕ ਹੈ, ਜੋ ਸੱਚਾ ਹੈ ਔਰ ਜੋ ਸਾਰ ਲੈਣ ਵਾਲਾ, ਯਾਨੀ ਜੋ ਇੱਕੋ ਹੀ ਹੈ। ਇਸ ਜਗਤ ਦੇ ਅੰਦਰ ਇੱਕ ਹੀ ਪਸਰਿਆ ਹੋਇਆ ਹੈ। ਸੱਚਾ ਦਾ ਮਤਲਬ ਜੋ ਸदैव ਹੈ, ਸੋਏ ਦਾ ਮਤਲਬ ਉਹ, ਜਾਂ ਸਾਰ ਲੈਣ ਵਾਲਾ, ਉਹ ਜੋ ਇੱਕ ਸਾਰਿਆਂ ਦੀ ਸਾਰ ਲੈਣ ਵਾਲਾ,
ਸਦਾ ਥਿਰ ਰਹਿਣ ਵਾਲਾ ਗੁਣਾਂ ਦਾ ਖਜ਼ਾਨਾ ਹੈ। ਗੁਰੂ ਦੇ ਪਿਆਰਿਆਂ ਨੇ ਉਹਨੂੰ ਮਨ ਵਿੱਚੋਂ ਹੀ ਲੱਭ ਲਿਆ ਹੈ। ਯਾਨੀ ਜੋ ਗੁਣਾਂ ਦੇ ਖਜ਼ਾਨੇ ਨੇ ਉਹ ਸਾਡੇ ਮਨ ਦੇ ਅੰਦਰ, ਮਸਤਿਸ਼ਕ ਦੇ ਅੰਦਰ ਭਰੇ ਪਏ ਨੇ, ਅੰਦਰੋਂ ਸਿਰਫ ਲੱਭਣ ਦੀ ਲੋੜ ਹੈ। ਭਾਵ ਕਿ ਆਪਣਾ ਸੈਲਫ ਐਨਾਲਿਸਿਸ ਕਰਕੇ ਗੁਣਾਂ ਦੇ ਨਾਲ ਜੁੜਨ ਦੀ ਜ਼ਰੂਰਤ ਹੈ। ਗੁਣਾਂ ਨੂੰ ਯੂਜ਼ ਕਰਨ ਦੀ ਲੋੜ ਹੈ। ਜਿੰਨੇ ਮਰਜ਼ੀ ਗੁਣ ਯੂਜ਼ ਕਰੀ ਜਾਓ, ਮੁੱਕਦੇ ਨਹੀਂ। ਨਾਨਕ ਗੁਰਮੁਖ ਮਿਲ ਰਹੇ, ਫਿਰ ਵਿਛੋੜਾ ਕਦੇ ਨਾ ਹੋ। ਗੁਰਮੁਖ ਦਾ ਮਤਲਬ ਗੁਰੂ ਦੀ ਸ਼ਰਨੀ ਪੈਣ ਵਾਲੇ, ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਣ ਵਾਲੇ ਨੇ, ਮੀਨਸ ਜੋ ਗੁਰਬਾਣੀ ਨੂੰ ਇੰਪਲੀਮੈਂਟ ਕਰਨ ਵਾਲੇ ਨੇ, ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਨੇ, ਉਹ ਪ੍ਰਭੂ ਦੇ ਵਿੱਚ ਹੀ ਮਿਲੇ ਰਹਿੰਦੇ ਨੇ। ਉਹਨਾਂ ਦੀ ਸੁਰਤ, ਉਹਨਾਂ ਦੀ ਸੋਚ ਰੱਬੀ ਸੋਚ ਦੇ ਅੰਦਰ ਹੀ ਹਮੇਸ਼ਾ ਸਮਾਈ ਰਹਿੰਦੀ ਹੈ। ਫਿਰ ਵਿਛੋੜਾ ਕਦੇ ਨਾ ਹੋਏ। ਫਿਰ ਉਹਨਾਂ ਦੀ ਜ਼ਿੰਦਗੀ ਦਾ ਰੱਬ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ। ਉਹ ਕਦੇ ਵੀ ਨਹੀਂ ਵਿਛੜਦੇ, ਕਦੇ ਵੀ ਅਲੱਗ ਨਹੀਂ ਹੁੰਦੇ। ਉਹਨਾਂ ਨੂੰ ਵਿਛੋੜਨ ਦਾ ਯਤਨ ਕਰੋ ਵੀ ਤਾਂ ਵੀ ਉਹ ਨਹੀਂ ਵਿਛੜਦੇ। ਜਿੰਨਾ ਮਰਜ਼ੀ ਟਰਾਈ ਕਰ ਲਓ। ਤੇ ਜੋ ਅਰਦਾਸ ਵਿੱਚ ਅਸੀਂ ਰੋਜ਼ ਜਿਨ੍ਹਾਂ ਸਿੰਘਾਂ ਸਿੰਘਣੀਆਂ ਦਾ ਨਾਮ ਲੈਂਦੇ ਆ, ਕਿੰਨਿਆਂ ਲੋਕਾਂ ਨੇ ਉਹਨਾਂ ਨੂੰ ਵਿਛੋੜਨ ਦਾ ਯਤਨ ਕੀਤਾ ਨਾ, ਕਸ਼ਟ ਦਿੱਤੇ, ਆਰਿਆਂ ਨਾਲ ਚੀਰਿਆ, ਰਖੜੀਆਂ ਤੇ ਚੜਾਇਆ, ਬੰਦ ਕੱਟ ਦਿੱਤੇ, ਲੇਕਿਨ ਕੀ ਉਹਨਾਂ ਨੂੰ ਸੱਚ ਨਾਲੋਂ ਕੋਈ ਤੋੜ ਸਕਿਆ? ਕਦੇ ਵੀ ਨਹੀਂ। ਫਿਰ ਸੱਚ ਦੇ ਨਾਲ ਜੁੜਿਆ ਹੋਇਆ ਬੰਦਾ ਸੱਚ ਦੇ ਨਾਲੋਂ, ਰੱਬ ਦੇ ਨਾਲੋਂ ਕਦੇ ਵੀ ਨਹੀਂ ਟੁੱਟਦਾ, ਜਿਹੜਾ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਇੱਕ ਵਾਰ ਪ੍ਰਭੂ ਦੇ ਅੰਦਰ ਮਿਲ ਜਾਂਦਾ ਹੈ। ਮਹਿਲਾ ਤੀਜਾ, ਸਤਿਗੁਰ ਕੀ ਸੇਵ ਨਾ ਕੀਨੀਆਂ, ਕਿਆ ਉਹ ਕਰੇ ਵਿਚਾਰ। ਉਹ ਦਾ ਮਤਲਬ ਉਹ ਬੰਦਾ ਜਿਸ ਮਨੁੱਖ ਨੇ ਸਤਿਗੁਰ ਦੀ ਦੱਸੀ ਹੋਈ ਕਾਰ ਨਹੀਂ ਕੀਤੀ। ਸੇਵ ਨਾ ਕੀਨੀਆਂ, ਸੇਵਾ ਨਹੀਂ ਕੀਤੀ, ਮਤਲਬ ਜੋ ਗੁਰੂ ਦੇ ਦੱਸੇ ਰਾਹ ਤੇ ਨਹੀਂ ਤੁਰਿਆ। ਮਨ, ਬਚਨ ਔਰ ਕਰਮ ਕਰਕੇ ਜਿਨੇ ਗੁਰੂ ਦੇ ਉਪਦੇਸ਼ ਨੂੰ ਨਹੀਂ ਕਮਾਇਆ। ਜੋ 6 ਗੱਲਾਂ ਅਸੀਂ ਰੋਜ਼ ਕਹਿੰਦੇ ਆ, ਉਹਨਾਂ 6 ਗੱਲਾਂ ਨੂੰ ਜਿਸ ਨੇ ਇੰਪਲੀਮੈਂਟ ਨਹੀਂ ਕੀਤਾ, ਜੋ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਗੁਰੂ ਦੇ ਦੱਸੇ ਰਾਹ ਤੇ ਨਹੀਂ ਤੁਰਿਆ, ਕਿਆ ਉਹ ਕਰੇ ਵਿਚਾਰ। ਉਹ ਕੀ ਵਿਚਾਰ ਹੋਰ ਕਰਦਾ? ਉਹਦੇ ਹੋਰ ਵਿਚਾਰ ਕਰਨ ਦਾ ਲਾਭ ਕੀ ਹੈ? ਉਹਦੇ ਹੋਰ ਵਿਚਾਰਾਂ ਦੀ ਕੀਮਤ ਕੀ ਹੈ? ਹੋਰ ਕਿਹੜੇ ਵਿਚਾਰ ਕਰੋਗੇ ਕਿ ਜਿਹਦੇ ਨਾਲ ਜ਼ਿੰਦਗੀ ਸੌਖੀ ਹੋ ਜਾਏ, ਜਾਂ ਜਿਹਦੇ ਨਾਲ ਇਹ ਸਮਾਜ ਬਦਲ ਜਾਏ, ਜਾਂ ਪਰਿਵਾਰਾਂ ਅੰਦਰ ਸੁੱਖ ਆ ਜਾਏ, ਜਾਂ ਬੰਦੇ ਦੇ ਅੰਦਰ ਇਨਸਾਨੀਅਤ ਪੈਦਾ ਹੋ ਜਾਏ, ਜਾਂ ਬੰਦਾ ਰੱਬ ਵਰਗਾ ਹੋ ਜਾਏ? ਕਿਹੜੀ ਵਿਚਾਰ ਕਰੋਗੇ? ਗੁਰੂ ਦੇ ਦੱਸੇ ਰਾਹਾਂ ਤੋਂ ਇਲਾਵਾ ਕਿਹੜੀ ਵਿਚਾਰ ਹੈ? ਕਿ ਵਰਤਨ ਰਾਤੇ ਸਰਾਤ, ਜਪ ਤਪ ਸੰਜਮ, ਧੂਫਾਂ ਤਾਫਤ ਖਾਣੀਆਂ, ਕੀ ਇਹ ਸਾਰਾ ਕੁਝ ਬੰਦੇ ਨੂੰ ਬਦਲ ਦੇਗਾ? ਨਹੀਂ। ਤਾਂ ਗੁਰੂ ਜੀ ਕਹਿੰਦੇ ਨੇ, ਜਿਨਨੇ ਗੁਰੂ ਦੀ ਸੇਵਾ ਨਹੀਂ ਕੀਤੀ, ਜੋ ਗੁਰੂ ਦੇ ਦੱਸੇ ਰਾਹਾਂ ਤੇ ਨਹੀਂ ਤੁਰਿਆ, ਉਹ ਕਿਹੜੀਆਂ ਵਿਚਾਰਾਂ ਕਰਦਾ ਫਿਰਦਾ? ਉਹਦੀਆਂ ਵਿਚਾਰਾਂ ਦੀ ਵੈਲਿਊ ਕੀ ਹੈ? ਉਹਦੀਆਂ ਵਿਚਾਰਾਂ ਦੀ ਕੋਈ ਵੈਲਿਊ ਨਹੀਂ ਹੈ। ਭਾਵ ਕਿ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਤੋਂ ਬਿਨਾ, ਇਹਨਾਂ ਗੁਣਾਂ ਨੂੰ ਇੰਪਲੀਮੈਂਟ ਜੀਵਨ ਵਿੱਚ ਕਰਨ ਤੋਂ ਬਿਨਾ, ਬਾਕੀ ਸਾਰੇ ਵਿਚਾਰ ਥੋਥੇ ਨੇ, ਜਿੰਨਾ ਮਰਜ਼ੀ ਕੋਈ ਬੋਲੀ ਜਾਏ, ਕਹੀ ਜਾਏ, ਉਹਦਾ ਕੋਈ ਲਾਭ ਨਹੀਂ ਹੈ, ਉਹਦਾ ਕੋਈ ਗੁਣ ਨਹੀਂ ਹੈ, ਉਹਦਾ ਕੋਈ ਲਾਭ ਹੋਣ ਵਾਲਾ ਨਹੀਂ। ਸ਼ਬਦੈ ਸਾਰ ਨਾ ਜਾਣਈ, ਬਿਕ ਭੂਲਾ ਗਾਵਾਰ। ਸ਼ਬਦ ਦੀ ਸਾਰ, ਸੂਝ, ਪਛਾਣ, ਕਦਰ। ਉਹ ਮੂਰਖ ਜ਼ਹਿਰ ਨੂੰ ਵੇਖ ਕੇ ਭੁੱਲਾ ਹੋਇਆ ਹੈ। ਬਿਕ ਭੂਲਾ ਗਾਵਾਰ, ਗਾਵਾਰ ਦਾ ਮਤਲਬ ਮੂਰਖ, ਕਮਲਾ, ਝੱਲਾ, ਬੇਸਮਝ ਬੰਦਾ। ਜ਼ਹਿਰ ਨੂੰ ਵੇਖ ਕੇ ਭੁੱਲ ਗਿਆ ਹੈ ਕਿ ਸ਼ਾਇਦ ਇਸ ਜ਼ਹਿਰ ਦੇ ਵਿੱਚ ਜੀਵਨ ਹੈ, ਸ਼ਾਇਦ ਇਸ ਜ਼ਹਿਰ ਖਾਣ ਦੇ ਨਾਲ ਮੈਨੂੰ ਸੁੱਖ ਮਿਲੇਗਾ। ਭੁੱਲਿਆ ਹੋਇਆ ਹੈ। ਪਰ ਚਾਹੇ ਕੋਈ ਜਾਣ ਬੁੱਝ ਕੇ ਜ਼ਹਿਰ ਖਾਏ ਜਾਂ ਅਣਜਾਣ ਪੁਣੇ ਵਿੱਚ ਜ਼ਹਿਰ ਖਾਏ, ਜ਼ਹਿਰ ਖਾਣ ਨਾਲ ਤੇ ਮੌਤ ਹੋਏਗੀ। ਪਾਪ ਕੋਈ ਜਾਣ ਬੁੱਝ ਕੇ ਕਰੇ ਜਾਂ ਅਣਜਾਣ ਪੁਣੇ ਵਿੱਚ, ਪਾਪ ਤਾਂ ਪਾਪ ਹੀ, ਆਤਮਕ ਮੌਤ ਹੋ ਜਾਏਗੀ, ਇਨਸਾਨੀਅਤ ਮਰ ਜਾਏਗੀ। ਬਿਕ ਭੂਲਾ, ਜ਼ਹਿਰ ਨੂੰ ਵੇਖ ਕੇ, ਪਾਪਾਂ ਨੂੰ ਵੇਖ ਕੇ ਭੁੱਲਿਆ ਹੋਇਆ ਹੈ ਕਿ ਸ਼ਾਇਦ ਈਰਖਾ, ਦਵੇਸ਼, ਵੈਰ, ਵਿਰੋਧ ਦੇ ਵਿੱਚੋਂ ਮੇਰੀ ਜ਼ਿੰਦਗੀ ਅੰਦਰ ਸੁੱਖ ਪੈਦਾ ਹੋ ਜਾਣਗੇ। ਬੰਦਾ ਭੁੱਲਾ ਹੋਇਆ ਹੈ। ਸ਼ਬਦੇ ਸਾਰ ਨਾ ਜਾਣੀ, ਤੇ ਗੁਰੂ ਦੇ ਸ਼ਬਦ ਦੀ ਸਾਰ ਨਹੀਂ ਜਾਣਦਾ, ਕਦਰ ਨਹੀਂ ਕਰਦਾ, ਗੁਰੂ ਦੇ ਸ਼ਬਦ ਦੀ ਮਹਾਨਤਾ ਨੂੰ ਨਹੀਂ ਸਮਝਿਆ ਕਿ ਗੁਰੂ ਦਾ ਉਪਦੇਸ਼ ਕਿੰਨਾ ਮਹਾਨ ਹੈ। ਜੇ ਮੈਂ ਗੁਰੂ ਦੀ ਪਾਵਨ ਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਲਵਾਂ ਤਾਂ ਮੇਰੀ ਜ਼ਿੰਦਗੀ ਕਿੰਨੀ ਮਹਾਨ ਹੋ ਸਕਦੀ ਹੈ। ਜੇ ਮੈਂ ਸੱਚ ਬੋਲਾਂ, ਪਿਆਰ ਨਾਲ ਰਹਾਂ, ਨਿਰਭੈਤਾ, ਨਿਰਵੈਰਤਾ ਵਾਲੀ ਗੁਣ ਧਾਰਨ ਕਰਾਂ,
ਤਾਂ ਮੇਰਾ ਜੀਵਨ ਕਿੰਨਾ ਮਹਾਨ ਹੋ ਸਕਦਾ ਹੈ। ਇਸ ਚੀਜ਼ ਦੀ ਕਦਰ ਨਹੀਂ ਬੰਦੇ ਨੇ ਜਾਣੀ, ਇਹਦੀ ਸਾਰ ਨੂੰ ਨਹੀਂ ਜਾਣਿਆ, ਲੇਕਿਨ ਵਿਕਾਰਾਂ ਨੂੰ, ਜ਼ਹਿਰ ਨੂੰ, ਕਾਮ ਕ੍ਰੋਧ ਨੂੰ ਵੇਖ ਕੇ ਭੁੱਲਾ ਹੋਇਆ, ਉਹਨਾਂ ਦੇ ਵਿੱਚ ਲੱਗਾ ਹੋਇਆ। ਅਗਿਆਨੀ ਅੰਧ ਬਹੁ ਕਰਮ ਕਮਾਵੇ, ਦੂਜੇ ਭਾਏ ਪਿਆਰ। ਦੂਜੇ ਭਾਏ ਦਾ ਮਤਲਬ ਦੁਐਤ ਵਿੱਚ, ਮਾਇਆ ਦੇ ਮੋਹ ਵਿੱਚ। ਦੁਐਤ ਜਾਂ ਮਾਇਆ ਦਾ ਮੋਹ ਕੀ ਹੈ? ਉਹ ਸੋਚ ਜੋ ਰੱਬ ਨਾਲੋਂ ਤੋੜਦੀ ਹੈ, ਰੱਬੀ ਗੁਣਾਂ ਨਾਲੋਂ ਤੋੜਦੀ ਹੈ। ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ, ਸੈਲਫਿਸ਼ਨੈਸ ਪੈਦਾ ਕਰਦੀ ਹੈ, ਇਹਨੂੰ ਕਹਿੰਦੇ ਨੇ ਦੂਜਾ ਭਾਵ। ਇਹਨੂੰ ਕਹਿੰਦੇ ਨੇ ਇੱਕ ਸੱਚ ਨੂੰ ਛੱਡ ਕੇ, ਰੱਬ ਨੂੰ ਛੱਡ ਕੇ ਕਿਸੇ ਹੋਰ ਦਾ ਪਿਆਰ। ਤਾਂ ਉਹ ਅੰਨਾ ਅਗਿਆਨੀ ਹੋਰ ਬਹੁਤ ਕਰਮ ਕਰਦਾ ਹੈ। ਅਗਿਆਨੀ ਅੰਧ ਬਹੁਤ ਕਰਮ ਕਮਾਵੇ, ਬੜੇ ਕਰਮ ਕਰਦਾ ਹੈ। ਇਹ ਨਹੀਂ ਕਿ ਉਹ ਕੰਮ ਨਹੀਂ ਕਰਦਾ, ਬੜੇ ਕਰਮ ਕਰਦਾ ਹੈ। ਇੱਕ ਤੇ ਪਾਪ ਅਪਰਾਧ ਤੇ ਉਹ ਕਮਾ ਹੀ ਰਿਹਾ ਹੈ, ਲੇਕਿਨ ਹੋਰ ਬੜੇ ਕੰਮ ਕਰਦਾ ਹੈ। ਮਾਲਾ ਬੜੀਆਂ ਫੇਰ ਲੈਂਦਾ ਹੈ, ਸਵੇਰੇ ਉੱਠ ਕੇ ਸਮਾਧੀਆਂ ਵੀ ਲਾ ਲੈਂਦਾ, ਤੀਰਥਾਂ ਤੇ ਵੀ ਜਾ ਹੁੰਦਾ, ਪੁੰਨ ਦਾਨ ਵੀ ਕਰ ਲੈਂਦਾ, ਜਪ ਤਪ ਵੀ ਕਰਦਾ ਹੈ, ਧਾਰਮਿਕ ਪਹਿਨਾਵੇ ਵੀ ਪਹਿਨਦਾ ਹੈ, ਵਰਤ ਨਰਾਤੇ ਵੀ ਕਰਦਾ ਹੈ। ਇਹੋ ਜਿਹੇ ਬੜੇ ਕਰਮ ਕਰਦਾ ਹੈ। ਲੇਕਿਨ ਦੂਜੇ ਭਾਏ ਪਿਆਰ, ਸੋਚ ਦੇ ਅੰਦਰ ਦ્વੈਤ ਟਿਕੀ ਹੋਈ ਹੈ, ਮੇਰ ਤੇਰ ਦੇ ਵਿਤਕਰੇ ਨੇ, ਈਰਖਾ ਹੈ, ਦ્વੈਸ਼ ਹੈ, ਸੈਲਫਿਸ਼ਨੈਸ ਹੈ। ਤਾਂ ਗੁਰੂ ਪਾਤਸ਼ਾਹ ਜੀ ਐਸੇ ਲੋਕਾਂ ਨੂੰ ਅਗਿਆਨੀ ਹੀ ਕਹਿ ਰਹੇ ਨੇ ਕਿ ਅਗਿਆਨਵਸ਼ ਬੰਦਾ ਜਿਹੜਾ ਹੈ, ਅੰਨੇ ਕਰਮ ਕਰ ਰਿਹਾ ਹੈ, ਜਿਨ੍ਹਾਂ ਦਾ ਜੀਵਨ ਦੇ ਵਿੱਚ ਕੋਈ ਲਾਭ ਨਹੀਂ ਹੈ, ਔਰ ਦ્વੈਤ ਦੇ ਨਾਲ ਉਸ ਦਾ ਪਿਆਰ ਹੈ, ਸੱਚ ਦੇ ਨਾਲ ਟੁੱਟਾ ਹੋਇਆ ਹੈ। ਤਾਂ ਐਸਾ ਬੰਦਾ ਜੇ ਵਿਚਾਰ ਕਰੇਗਾ ਤੇ ਕੀ ਕਰੇਗਾ? ਉਹਦੇ ਵਿਚਾਰਾਂ ਦਾ ਕੋਈ ਲਾਭ ਨਹੀਂ ਹੈ। ਅਣਹੋਂਦਾ ਆਪ ਗਣਾਏਂਦੇ, ਜਮ ਮਾਰ ਕਰੇ ਤਿਨ ਖੁਆਰ। ਅਣਹੋਂਦਾ, ਅਣਹੋਂਦਾ ਦਾ ਮਤਲਬ ਕਿ ਜਿਹੜੇ ਗੁਣ ਨਹੀਂ, ਉਹ ਵੀ ਆਪਣੇ ਆਪ ਦੇ ਵਿੱਚ ਗਿਣਨੇ, ਆਪਣੇ ਆਪ ਨੂੰ ਗੁਣਵਾਨ ਅਖਵਾਣਾ। ਸਿਆਣਪ ਹੈ ਨਹੀਂ, ਲੇਕਿਨ ਆਪਣੇ ਆਪ ਨੂੰ ਸਿਆਣਾ ਅਖਵਾਣਾ। ਗੁਣਾਂ ਦੇ ਉੱਤੇ ਅਮਲ ਨਹੀਂ ਕਰ ਰਿਹਾ, ਲੇਕਿਨ ਆਪਣੇ ਆਪ ਨੂੰ ਗੁਣੀ ਦੱਸਣਾ। ਜਿਵੇਂ ਆਮ ਅਸੀਂ ਬਹਿ ਕੇ ਗੱਲਬਾਤ ਕਰਦੇ ਹਾਂ ਨਾ, ਤਾਂ ਆਮ ਬੰਦਾ ਇਹ ਗੱਲ, ਬਹੁ ਗਿਣਤੀ ਇਹ ਗੱਲ ਕਰਦਾ ਹੈ ਕਿ ਭਾਜੀ ਆਪਣਾ ਤਾਂ ਸੁਭਾਅ ਐਸਾ ਹੈ ਕਿ ਸੱਚ ਬੋਲੀਦਾ ਹੈ, ਕਿਸੇ ਦੇ ਗੋਡੇ ਲੱਗੇ, ਕਿਸੇ ਦੇ ਗਿੱਟੇ ਲੱਗੇ, ਸੱਚ ਬੋਲੀਦਾ, ਪਰਵਾਹ ਨਹੀਂ ਕਰੀਦੀ ਕਿਸੇ ਦੀ। ਅਸੀਂ ਤੇ ਭਲਾ ਹੀ ਕੀਤਾ ਹੈ ਜਦੋਂ ਵੀ ਕੀਤਾ ਹੈ। ਆਪਣੇ ਕਿੰਨੇ ਰਿਸ਼ਤੇਦਾਰਾਂ ਨੂੰ ਸਪਾਂਸਰਾਂ ਭੇਜ ਕੇ ਇੱਥੇ ਇੰਗਲੈਂਡ, ਕੈਨੇਡਾ, ਅਮਰੀਕਾ ਪੱਕਾ ਕਰਾਇਆ, ਕਈਆਂ ਦਾ ਪਰਉਪਕਾਰ ਕੀਤਾ। ਅਸੀਂ ਤੇ ਭਲਾ ਹੀ ਕਰਨੇ ਆ, ਅਸੀਂ ਤੇ ਬੁਰਾ ਕਦੇ ਕੀਤਾ ਹੀ ਨਹੀਂ। ਹਰ ਬੰਦਾ ਐਵੇਂ ਹੀ ਕਹਿ ਰਿਹਾ। ਤੇ ਬੰਦਾ ਪੁੱਛੇ ਵੀ ਜੇ ਯਾਰ ਅਸੀਂ ਸਾਰੇ ਹੀ ਚੰਗੇ ਆ, ਭਲਾ ਕਰਨ ਵਾਲੇ ਹੀ ਆ, ਦੂਜਾ ਵੀ ਗੱਲ ਕਹਿ ਰਿਹਾ, ਤੀਜਾ ਵੀ, ਤੇ ਗੁਰਦੁਆਰਿਆਂ ਚ ਜੁੱਤੀਆਂ ਫਿਰ ਰੱਬ ਚੁੱਕਦਾ ਹੈ, ਸ਼ਰਾਬ ਦੇ ਠੇਕੇ ਰੱਬ ਨੇ ਖੋਲੇ। ਅਣਹੋਂਦਾ ਆਪ ਗਣਾਏ ਦਾ ਮਤਲਬ ਗੁਣ ਹੈ ਨਹੀਂ, ਲੇਕਿਨ ਆਪਣੇ ਆਪ ਨੂੰ ਗੁਣੀ ਸਾਬਤ ਕਰਨਾ। ਜਿਹੜੀ ਚੀਜ਼ ਅੰਦਰ ਹੈ ਨਹੀਂ ਉਹ ਵਿਖਾਣੀ, ਵਿਖਾਵਾ ਕਰਨਾ। ਗੁਰੂ ਜੀ ਕਹਿੰਦੇ ਨੇ ਜਮ ਮਾਰ ਕਰੇ ਤਿਨ ਖੁਆਰ। ਐਸੇ ਲੋਕਾਂ ਨੂੰ ਆਤਮਿਕ ਮੌਤ ਖੁਆਰ ਕਰਦੀ ਹੈ। ਵਿਕਾਰ ਐਸੇ ਲੋਕਾਂ ਨੂੰ ਆਤਮਿਕ ਮੌਤ ਤੇ ਮਾਰ ਦਿੰਦੇ ਨੇ, ਔਰ ਆਤਮਿਕ ਮੌਤ ਉਹਨਾਂ ਨੂੰ ਖੁਆਰ ਕਰਦੀ ਹੈ। ਭਾਵ ਆਤਮਿਕ ਮੌਤ ਤੇ ਵੀ ਮਰ ਜਾਂਦੇ ਨੇ ਔਰ ਖੁਆਰ ਵੀ ਹੁੰਦੇ ਰਹਿੰਦੇ। ਐਸੇ ਇਨਸਾਨਾਂ ਦੀ ਜ਼ਿੰਦਗੀ ਅੰਦਰ ਸੁਖ ਸ਼ਾਂਤੀ, ਇਨਸਾਨੀਅਤ ਪੈਦਾ ਨਹੀਂ ਹੁੰਦੀ। ਜੋ ਅਣਹੋਂਦ ਨੂੰ ਗਣਾ ਰਹੇ ਨੇ, ਆਪਣੇ ਆਪ ਨੂੰ ਗੁਣਵਾਨ ਅਖਵਾ ਰਹੇ ਨੇ, ਗੁਣ ਹੈ ਨਹੀਂ, ਤਾਂ ਐਸੇ ਇਨਸਾਨਾਂ ਨੂੰ ਆਤਮਿਕ ਮੌਤ ਖੁਆਰ ਕਰਦੀ ਹੈ, ਮਾਰਦੀ ਹੈ। ਨਾਨਕ ਕਿਸ ਨੂੰ ਆਖੀਐ, ਜਾਂ ਆਪੇ ਬਖਸ਼ਣਹਾਰ। ਪਰ ਗੁਰੂ ਜੀ ਕਹਿੰਦੇ ਨੇ ਕਿਹਨੂੰ ਇਹ ਗੱਲ ਕਹੀਏ, ਹੁਣ ਕਿਹਨੂੰ ਇਹ ਗੱਲ ਸਮਝਾਈਏ ਕਿ ਆਪੇ ਬਖਸ਼ਣਹਾਰ, ਕੀ ਬਖਸ਼ਣਹਾਰ ਕੇਵਲ ਇੱਕ ਪ੍ਰਭੂ ਹੈ। ਇਹ ਗੱਲ ਉਹਨਾਂ ਨੂੰ ਕਿਵੇਂ ਸਮਝਾਈਏ ਕਿ ਰੱਬ ਦੀ ਰਜ਼ਾ ਦੇ ਅੰਦਰ ਤੁਰਿਆ ਹੀ ਇਹ ਅਵਗੁਣ ਬਖਸ਼ੇ ਜਾ ਸਕਦੇ ਨੇ। ਰੱਬੀ ਗੁਣਾਂ ਨੂੰ ਗਾਣ ਦੇ ਨਾਲ ਹੀ ਜ਼ਿੰਦਗੀ ਸਫਲ ਹੋ ਸਕਦੀ ਹੈ। ਇਹ ਗੱਲ ਕਿਹਨੂੰ ਕਹੀਏ, ਕਿਵੇਂ ਸਮਝਾਈਏ? ਲੋਕ ਸਮਝਣ ਲਈ ਤਿਆਰ ਨਹੀਂ। ਨਾਨਕ ਕਿਸ ਨੂੰ ਆਖੀ, ਕਿਹਨੂੰ ਕਹੀਏ? ਆਪੇ ਬਖਸ਼ਣਹਾਰ, ਕੀ ਆਪ ਹੀ ਬਖਸ਼ਣਹਾਰ ਹੈ, ਆਪ ਰਹਿਮਤ ਕਰਨ ਵਾਲਾ ਹੈ ਕਿ ਉਹਦੇ ਨਾਲ ਜੁੜੋਗੇ, ਉਹਦੇ ਗੁਣਾਂ ਦੇ ਨਾਲ ਜੁੜੋਗੇ ਤਾਂ ਇਸ ਆਤਮਿਕ ਮੌਤ ਤੋਂ ਬਚੋਗੇ। ਤੇ ਜਿਹੜੇ ਲੋਕ ਟੁੱਟੇ ਹੀ ਹੋਏ ਨੇ ਔਰ ਪ੍ਰਭੂ ਦੇ ਨਾਲ ਜੁੜਨ ਵਾਲੇ ਹੈ ਹੀ ਨਹੀਂ ਹੈ, ਚਾਹੁੰਦੇ ਹੀ ਨਹੀਂ ਸੱਚ ਦੇ ਨਾਲ ਜੁੜਨਾ, ਤਾਂ ਉਹਨਾਂ ਨੂੰ ਫਿਰ ਕਿਵੇਂ ਬਚਾਇਆ ਜਾ ਸਕਦਾ ਹੈ? ਤਾਂ ਗੁਰੂ ਪਾਤਸ਼ਾਹ ਜੀ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਬਖਸ਼ਿਸ਼ ਕਰਨ ਵਾਲਾ ਇੱਕੋ ਹੀ ਹੈ, ਪ੍ਰਭੂ ਆਪ ਬਖਸ਼ਿਸ਼ ਕਰਦਾ ਹੈ। ਇਸ ਮਨਮੁਖਤਾ ਤੋਂ
ਬਚਾਉਣ ਵਾਸਤੇ ਪ੍ਰਭੂ ਸਮਰੱਥ ਹੈ। ਜੇ ਕੋਈ ਬਚਣਾ ਚਾਹੁੰਦਾ ਹੈ ਤਾਂ ਬਚ ਸਕਦਾ ਹੈ। ਯਾਨੀ ਜਿਹੜੀ ਮਨਮੁਖਤਾ ਹੈ, ਮਾੜੇ ਕਰਮ ਨੇ, ਇਹ ਕਿਹਨੂੰ ਕਹੀਏ ਵੀ ਰੱਬ ਦੀ ਸ਼ਰਨ ਵਿੱਚ ਆਓ ਤੇ ਬਖਸ਼ੇ ਜਾਣਗੇ, ਤੁਹਾਡੀ ਵੀ ਜ਼ਿੰਦਗੀ ਚੰਗੀ ਹੋ ਜਾਏਗੀ। ਇੱਥੇ ਜੋ ਭਾਵ ਹੈ, ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਰੱਬ ਬਖਸ਼ਿੰਦ ਹੈ। ਜਦੋਂ ਵੀ ਕੋਈ ਚਾਹੇ ਉਦੋਂ ਰੱਬੀ ਗੁਣਾਂ ਨੂੰ ਅਪਣਾ ਕੇ ਵਿਕਾਰਾਂ ਤੋਂ ਖਲਾਸੀ ਪਾ ਸਕਦਾ ਹੈ। ਪੌੜੀ, ਤੂੰ ਕਰਤਾ ਸਭ ਕੁਛ ਜਾਣਦਾ, ਸਭ ਜੀ ਤੁਮਹਾਰੇ। ਇਹ ਸਿਰਜਣਹਾਰ, ਤੂੰ ਸਭ ਕੁਛ ਜਾਣਦਾ ਹੈ ਔਰ ਸਾਰੇ ਜੀਵ ਤੇਰੇ ਨੇ। ਪਹਿਲੀ ਗੱਲ, ਸਾਰੇ ਜੀਵ ਪ੍ਰਭੂ ਦੇ ਪੈਦਾ ਕੀਤੇ ਨੇ, ਰੱਬੀ ਰਜ਼ਾ ਦੇ ਵਿੱਚ ਪੈਦਾ ਹੋਏ ਨੇ। ਕੋਈ ਹੋਰ ਦੇਵੀ ਦੇਵਤਾ ਇਹਨਾਂ ਨੂੰ ਪੈਦਾ ਕਰਨ ਵਾਲਾ ਨਹੀਂ। ਤੇ ਦੂਜੀ ਗੱਲ, ਹਰ ਇੱਕ ਦੇ ਹਾਲਾਤ ਨੂੰ ਜਾਣਦਾ ਹੈ। ਇਹ ਆਪਾਂ ਗੱਲ ਕਈ ਵਾਰ ਕਰ ਚੁੱਕੇ ਹਾਂ ਕਿ ਮੈਂ ਤੁਹਾਡੇ ਅੱਗੇ ਤਾਂ ਝੂਠ ਬੋਲ ਸਕਦਾ ਹਾਂ, ਬਨਾਵਟੀ ਜ਼ਿੰਦਗੀ ਜੀ ਸਕਦਾ ਹਾਂ, ਪਰ ਮੈਂ ਆਪਣੇ ਆਪ ਤੋਂ ਕਿਵੇਂ ਛੁਪਾਵਾਂ? ਤੁਹਾਡੇ ਅੱਗੇ ਤੇ ਮੈਂ ਝੂਠ ਬੋਲ ਰਿਹਾ ਔਰ ਤੁਹਾਨੂੰ ਉਸ ਝੂਠ ਦਾ ਪਤਾ ਨਹੀਂ ਲੱਗਾ, ਪਰ ਮੈਨੂੰ ਤਾਂ ਪਤਾ ਨਾ ਮੈਂ ਝੂਠ ਬੋਲ ਰਿਹਾ। ਮੈਂ ਆਪਣੇ ਆਪੇ ਤੋਂ ਕਿਵੇਂ ਛੁਪਾਵਾਂ? ਮੇਰੇ ਅੰਦਰ ਜੋ ਰੱਬ ਬੈਠਾ ਹੈ ਉਹਦੇ ਤੋਂ ਕਿਵੇਂ ਛੁਪਾਵਾਂ? ਚੋਰੀ ਕਰ ਲਈ, ਜਿਹਦੀ ਚੋਰੀ ਕੀਤੀ ਉਹਨੂੰ ਤਾਂ ਨਹੀਂ ਪਤਾ, ਪਰ ਮੈਨੂੰ ਤਾਂ ਪਤਾ ਹੈ ਨਾ ਕਿ ਮੈਂ ਚੋਰ ਆ, ਮੈਂ ਕਿਵੇਂ ਛੁਪਾਵਾਂ? ਔਰ ਫਿਰ ਦੂਜੀ ਗੱਲ, ਪਹਿਲੀ ਗੱਲ ਇਹ, ਦੂਜੀ ਗੱਲ, ਇੱਥੇ ਇੱਕ ਸਿਸਟਮ ਹੈ, ਰਜ਼ਾ ਪਾਣਾ ਹੈ ਕਿ ਜੈਸੀ ਸੋਚ ਹੋਏਗੀ, ਜੈਸੇ ਕਰਮ ਹੋਣਗੇ, ਰਿਜ਼ਲਟ ਵੀ ਉਵੇਂ ਦਾ ਨਿਕਲੇਗਾ। ਹੁਣ ਜਦੋਂ ਮੇਰੇ ਅੰਦਰ ਵਿਕਾਰ ਨੇ, ਮੇਰੇ ਅੰਦਰ ਪਾਪ ਨੇ, ਅਪਰਾਧ ਨੇ, ਬਾਹਰੋਂ ਮੈਂ ਭਲਾ ਬਣ ਕੇ ਦਿਸ ਰਿਹਾ, ਤਾਂ ਉਹਦਾ ਰਿਜ਼ਲਟ ਇਹ ਹੋਏਗਾ ਕਿ ਬਾਹਰੋਂ ਮੈਂ ਲੋਕਾਂ ਨੂੰ ਸ਼ਾਂਤ ਦਿਸਾਂਗਾ, ਪਰ ਕਿਉਂਕਿ ਮੇਰੇ ਅੰਦਰ ਵਿਕਾਰ ਨੇ, ਇਸ ਲਈ ਅੰਦਰੋਂ ਮੈਂ ਅਸ਼ਾਂਤ ਰਹਾਂ। ਔਰ ਅਸੀਂ ਇਹੋ ਜਿਹਾ ਭੁਲੇਖਾ ਖਾਂਦੇ ਵੀ ਹਾਂ। ਬਹੁਤ ਸਾਰੇ ਲੋਕ ਨੇ ਜੋ 2 ਨੰਬਰ ਦੇ ਧੰਦੇ ਕਰਦੇ ਨੇ, ਕਿਸੇ ਦੀ ਪ੍ਰੋਪਰਟੀ ਹੜੱਪੀ ਹੁੰਦੀ ਹੈ ਜਾਂ ਮਾੜੇ ਕਰਮ ਕਰਦੇ ਨੇ, ਔਰ ਸਾਨੂੰ ਬਾਹਰੋਂ ਜਾਪਦਾ ਹੈ ਕਿ ਉਹ ਬੜੇ ਸੁਖੀ ਨੇ, ਕਿਉਂਕਿ ਉਹ ਬਾਹਰੋਂ ਚੰਗੇ ਬਣ ਕੇ ਵਿਖਾ ਰਹੇ ਹੁੰਦੇ ਨੇ, ਕੱਪੜੇ ਉਹਨਾਂ ਨੇ ਚੰਗੇ ਪਾਏ ਨੇ, ਬੋਲ ਬਾਣੀ ਚੰਗੀ ਹੈ, ਤੇ ਅਸੀਂ ਵੀ ਸਮਝ ਲੈਂਦੇ ਹਾਂ ਕਿ ਸੁਖੀ ਨੇ। ਪਰ ਅੰਦਰ ਤਾਂ ਸ਼ਾਂਤੀ ਤਾਂ ਹੀ ਹੋਏਗੀ ਨਾ ਜੇ ਸੱਚ ਹੈ, ਜੇ ਪਿਆਰ ਹੈ, ਅੰਦਰ ਸ਼ਾਂਤੀ ਤਾਂ ਹੀ ਹੋਏਗੀ, ਅੰਦਰਲਾ ਜਾਣ। ਔਰ ਇਸ ਸਿਸਟਮ ਦੇ ਵਿੱਚ ਸਾਰਾ ਕੁਝ ਸਪਸ਼ਟ ਹੋ ਜਾਂਦਾ ਜਦੋਂ ਅਸੀਂ ਨਿਰਪੱਖਤਾ ਦੇ ਨਾਲ ਵਿਚਾਰਦੇ ਹਾਂ। ਤਾਂ ਇਹ ਪ੍ਰਭੂ, ਸਾਰੇ ਜੀਵ ਤੇਰੇ ਨੇ, ਤੂੰ ਸਾਰਿਆਂ ਬਾਰੇ ਸਭ ਕੁਝ ਜਾਣਦਾ ਹੈ, ਤੇਰੇ ਤੋਂ ਕੁਝ ਗੁੱਝਾ ਨਹੀਂ ਹੈ। ਜਿਸ ਤੂੰ ਭਾਵੈ ਤਿਸ ਤੂੰ ਮੇਲ ਲਹੈ, ਕਿਆ ਜੰਤ ਵਿਚਾਰੇ। ਜਿਸ ਤੂੰ ਭਾਵੈ, ਜਿਹਨੂੰ ਤੂੰ ਭਾਉਂਦਾ ਹੈ, ਜਿਹਨੂੰ ਤੂੰ ਪਿਆਰਾ ਲੱਗਦਾ ਹੈ, ਤਿਸ ਤੂੰ ਮੇਲ ਲਹੈ, ਉਹਨੂੰ ਤੂੰ ਆਪਣੇ ਨਾਲ ਮਿਲਾ ਲੈਣਾ। ਕਿਆ ਜੰਤ ਵਿਚਾਰੇ, ਇਹਨਾਂ ਜਨਤਾ ਵਿਚਾਰਿਆਂ ਦੇ ਵਸ ਵਿੱਚ ਕੀ ਹੈ? ਕੁਝ ਵੀ ਨਹੀਂ। ਜਿਸ ਤੂੰ ਭਾਵੇ, ਦੋਵੇਂ ਅਰਥ ਅਸੀਂ ਕਰ ਸਕਦੇ, ਜੋ ਤੈਨੂੰ ਪਾ ਜਾਏ ਜਾਂ ਜੋ ਤੈਨੂੰ ਪਿਆਰਾ ਲੱਗੇ। ਜਿਹਨੂੰ ਤੂੰ ਭਾਵੇਂ, ਪਿਆਰਾ ਲੱਗੇ, ਤੂੰ ਉਹਨੂੰ ਆਪਣੇ ਨਾਲ ਮਿਲਾ ਲੈਣਾ। ਔਰ ਦੇਖੋ ਕਿੰਨੀ ਸੋਹਣੀ ਗੱਲ ਹੈ, ਜੇ ਸਾਨੂੰ ਸੱਚ ਬੋਲਣਾ ਚੰਗਾ ਲੱਗੇ ਤਾਂ ਕਿਹਦੀ ਸੱਚ ਨੇ ਕਦੇ ਕਿਹਾ ਹੈ ਕਿ ਮੈਂ ਤੂੰ ਨਹੀਂ ਬੋਲ ਸਕਦਾ ਸੱਚ? ਜੇ ਸਾਨੂੰ ਪਿਆਰ ਚੰਗਾ ਲੱਗੇ ਕਿ ਮੈਂ ਆਪਣੇ ਵੀਰਾਂ ਭੈਣਾਂ ਭਰਾਵਾਂ ਦੇ ਨਾਲ ਪਿਆਰ ਕਰਨਾ ਹੈ, ਤਾਂ ਕਿ ਪਿਆਰ ਨੇ ਸਾਨੂੰ ਕਿਹਾ ਵੀ ਤੂੰ ਨਹੀਂ ਕਰ ਸਕਦਾ? ਪਿਆਰ ਤੇ ਸਗੋਂ ਅੰਦਰੋਂ ਹੋਰ ਪ੍ਰਫੁੱਲਤ ਹੋਏਗਾ ਨਾ। ਜਿਹਨੂੰ ਰੱਬੀ ਗੁਣ ਚੰਗੇ ਲੱਗਦੇ ਨੇ, ਰੱਬੀ ਗੁਣ ਉਹਨੂੰ ਮਿਲ ਜਾਂਦੇ ਨੇ। ਤਾਂ ਜੋ ਤੈਨੂੰ ਪਿਆਰਾ ਲੱਗਦਾ ਹੈ ਜਾਂ ਜਿਹਨੂੰ ਤੂੰ ਪਿਆਰਾ ਲੱਗਦਾ ਹੈ, ਉਹਨੂੰ ਤੂੰ ਆਪਣੇ ਨਾਲ ਮਿਲਾ ਲੈਣਾ ਹੈ। ਕਿਆ ਜੰਤ ਵਿਚਾਰੇ, ਨਾ ਜਨਤਾ ਵਿਚਾਰਿਆਂ ਦੇ ਵਸ ਵਿੱਚ ਕੁਝ ਵੀ ਨਹੀਂ। ਇਹ ਤੇਰੀ ਰਜ਼ਾ ਹੈ, ਤੇਰਾ ਭਾਣਾ ਹੈ, ਤੇਰਾ ਸਿਸਟਮ ਹੀ ਐਵੇਂ ਹੈ ਕਿ ਜੋ ਤੇਰੀ ਰਜ਼ਾ ਵਿੱਚ ਤੁਰੇਗਾ, ਤੇਰੇ ਨਾਲ ਪਿਆਰ ਕਰੇਗਾ, ਤੇਰੇ ਨੇੜੇ ਆਏਗਾ, ਉਹ ਨੇੜੇ ਆ ਜਾਏਗਾ, ਤੇ ਸਿਸਟਮ ਹੈ ਜਿਹੜਾ ਦੂਰ ਜਾਏਗਾ, ਦੂਰ ਚਲਾ ਜਾਏਗਾ। ਤੂੰ ਕਰਨ ਕਾਰਨ ਸਮਰੱਥ ਹੈ, ਸੱਚ ਸਿਰਜਣਹਾਰੇ। हे ਸਦਾ ਕਾਇਮ ਰਹਿਣ ਵਾਲੇ ਕਰਤਾਰ, ਤੂੰ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ। ਤੇਰੇ ਅੰਦਰ ਹਰ ਤਾਕਤ ਹੈ, ਹਰ ਕੁਝ, ਸਭ ਕੁਝ ਤੂੰ ਕਰ ਸਕਦਾ ਹੈ। ਸਰਬ ਕਲਾ ਸਮਰੱਥ ਹੈ, ਸਰਬ ਸ਼ਕਤੀਮਾਨ ਹੈ। ਤਾਂ ਇਹ ਗੱਲ ਸਮਝਣ ਵਾਲੀ ਹੈ ਕਿ ਸਰਬ ਸ਼ਕਤੀਮਾਨ ਹੈ, ਰੱਬ ਸਭ ਕੁਝ ਕਰ ਸਕਦਾ ਹੈ, ਤੇ ਉਹ ਸਭ ਕੁਝ ਕਰਨ ਵਾਲਾ ਹੈ ਕਿੱਥੇ? ਸਾਡੇ ਅੰਦਰ ਹੈ। ਘਟ ਘਟ ਮੈਂ ਹਰਦੂ ਵਸੇ। ਤਾਂ ਇਟ ਮੀਨਸ ਜੇ ਚਾਹੀਏ ਤੇ ਅਸੀਂ ਵੀ ਸਾਰਾ ਕੁਝ ਕਰ ਸਕਦੇ ਹਾਂ, ਚੰਗੇ ਅਸੀਂ ਬਣ ਸਕਦੇ ਹਾਂ, ਸੱਚ ਬੋਲ ਸਕਦੇ ਹਾਂ, ਨਿਰਭੈਤਾ ਨਿਰਵੈਰਤਾ ਨੂੰ ਅਪਣਾ ਸਕਦੇ ਹਾਂ, ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ ਸੋਲਵ ਕਰ ਸਕਦੇ ਹਾਂ। ਤੂੰ ਕਰਨ ਕਾਰਨ ਸਮਰੱਥ ਹੈ, ਸੱਚ ਸਿਰਜਣਹਾਰੇ।
हे सिरजनहार प्रभु, हे सच्चे प्रभु, तू समर्थ है, तू सर्वशक्तिमान है। जिस तू मेले प्यारिया, सो तुध मिले गुरमुख विचारे। हे प्यारे, जिसनों तू आप मिलाਉਂਦਾ है, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੇ ਗੁਣਾਂ ਦੀ ਵਿਚਾਰ ਕਰਕੇ ਤੈਨੂੰ ਮਿਲ ਜਾਂਦਾ। ਹੁਣ ਇੱਥੇ ਨਿਯਮ ਹੈ, ਜਿਸ ਤੂੰ ਮੇਲੇ, ਜਿਹਨੂੰ ਤੂੰ ਆਪਣੇ ਨਾਲ ਮਿਲਾਨਾ ਹੈ, ਆਪਣੇ ਵਿੱਚ ਅਭੇਦ ਕਰਦਾ ਹੈ। ਕਿਹਨੂੰ ਕਰਦਾ ਹੈ? ਉਹ ਨਿਯਮ ਕੀ ਹੈ? ਜਿਹਨੂੰ ਤੂੰ ਮਿਲਾਂਦਾ ਹੈ, ਜੋ ਤੇਰੇ ਵਿੱਚ ਮਿਲਦਾ ਹੈ। ਕੌਣ ਮਿਲਦਾ ਹੈ? ਗੁਰਮੁਖ ਵਿਚਾਰੇ, ਜੋ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ, ਜੋ ਗੁਰੂ ਦੇ ਸ਼ਬਦ ਦੀ ਵਿਚਾਰ ਮੁਤਾਬਕ ਜ਼ਿੰਦਗੀ ਜੀਂਦਾ ਹੈ, ਉਹਨੂੰ ਤੂੰ ਆਪਣੇ ਨਾਲ ਮਿਲਾ ਲੈਣਾ ਹੈ, ਉਹ ਤੇਰੇ ਵਿੱਚ ਸਦਾ ਵਾਸਤੇ ਮਿਲ ਜਾਂਦਾ ਹੈ। ਤਾਂ ਇਹਦਾ ਮਤਲਬ ਪ੍ਰਭੂ ਮਿਲਾਪ ਦਾ ਸਾਧਨ ਕੀ ਹੈ? ਗੁਰੂ ਦਾ ਦਿੱਤਾ ਹੋਇਆ ਵੇ ਆਫ ਲਾਈਫ, ਗੁਰੂ ਦਾ ਗਿਆਨ ਗੁਰੂ ਦੀ ਅਗਵਾਈ ਅੰਦਰ ਜ਼ਿੰਦਗੀ ਜਿਹੜਾ ਵੀ ਬੰਦਾ ਜੀਵੇਗਾ, ਉਹ ਪ੍ਰਭੂ ਦੇ ਅੰਦਰ ਮਿਲ ਜਾਏਗਾ। ਉਹਨੂੰ ਹੀ ਪ੍ਰਭੂ ਆਪਣੇ ਨਾਲ ਮਿਲਾਏਗਾ, ਭਾਵ ਕਿ ਉਹਦੀ ਸੋਚ ਰੱਬ ਵਰਗੀ ਹੋ ਜਾਏ। ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਮੇਰਾ ਹਰ ਅਲਖ ਲਖਾਰੇ। ਹਉ ਬਲਿਹਾਰੀ ਦਾ ਮਤਲਬ ਮੈਂ ਵਾਰ ਨੇ ਸਦਕੇ ਹਾਂ ਆਪਣੇ ਸਤਿਗੁਰ ਤੋਂ। ਤੇ ਬਲਿਹਾਰ ਦੋ ਸ਼ਬਦਾਂ ਤੋਂ ਬਣਿਆ ਹੈ, ਬਲ ਹਾਰ। ਹਾਰ ਦਾ ਮਤਲਬ ਹਾਰ ਜਾਣਾ, ਬਲ ਦਾ ਮਤਲਬ ਤਾਕਤ, ਯਾਨੀ ਆਪਣੀ ਤਾਕਤ ਨੂੰ ਛੱਡ ਦੇਣਾ, ਆਪਣੀ ਮੱਤ ਨੂੰ ਛੱਡ ਦੇਣਾ ਔਰ ਗੁਰੂ ਦੀ ਮੱਤ ਨੂੰ ਅਪਣਾ ਲੈਣਾ। ਤਾਂ ਮੈਂ ਆਪਣੇ ਗੁਰੂ ਤੋਂ ਵਾਰ ਨੇ ਸਦਕੇ ਹਾਂ, ਕੁਰਬਾਨ ਹਾਂ, ਕੋਲ ਘੁਮਾਈ ਹਾਂ। ਜਿਨ ਮੇਰਾ ਹਰ ਅਲਖ ਲਖਾਰੇ। ਅਲਖ ਦਾ ਮਤਲਬ ਅਦ੍ਰਿਸ਼ਟ, ਜੋ ਦਿਸਦਾ ਨਹੀਂ। ਲਖਾਰੇ ਦਾ ਮਤਲਬ ਜਿਨਨੇ ਵਿਖਾ ਦਿੱਤਾ, ਜਿਨਨੇ ਮੇਰਾ ਨਾਂ ਸਮਝਾਉਣ ਵਾਲਾ ਹਰੀ ਸਮਝਾ ਦਿੱਤਾ। ਜਿਹੜਾ ਨਾਂ ਦ੍ਰਿਸ਼ਟ ਆਉਣ ਵਾਲਾ ਰੱਬ, ਜਿਨਨੇ ਮੈਨੂੰ ਪ੍ਰਤੱਖ ਵਿਖਾ ਦਿੱਤਾ। ਮੈਂ ਆਪਣੇ ਉਸ ਗੁਰੂ ਤੋਂ ਕੁਰਬਾਨ ਹਾਂ। ਹੁਣ ਰੱਬ ਸਾਨੂੰ ਦਿਸਦਾ ਨਹੀਂ ਨਾ ਹੈ, ਅਸੀਂ ਇਸ ਦੁਨੀਆ ਵੱਲ ਦੇਖਦੇ ਹਾਂ ਤੇ ਰੱਬ ਦਿਸਦਾ ਨਹੀਂ। ਪਰ ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਜਿੱਧਰ ਵੇਖਣਾ ਮੈਨੂੰ ਰੱਬ ਤੋਂ ਬਿਨਾਂ ਹੋਰ ਕੁਛ ਨਹੀਂ ਦਿਸਦਾ। ਦੋਏ ਦੋਏ ਲੋਚਨ ਪੇਖਾਂ, ਹੁਣ ਹਰ ਬਿਨ ਔਰ ਨਾ ਦੇਖਾਂ। ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਮੈਂ ਜਿੱਧਰ ਵੇਖਣਾ ਰੱਬ ਦਾ ਰੂਪ ਨਜ਼ਰੀ ਆਉਂਦਾ ਹੈ। ਇਹ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ ਆਪਣੇ ਨੇਤਰਾਂ ਨੂੰ ਕਹਿ ਰਿਹਾ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ, ਜੋ ਦੀਸੈ ਸੋ ਤੇਰਾ ਰੂਪ, ਜਿੱਧਰ ਵੇਖਣਾ ਤੂੰ ਹੀ ਤੂੰ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ, ਤੋ ਹੀ ਮੋਹੀ ਮੋਹੀ ਤੋ ਹੀ ਅੰਤਰ ਕੈਸਾ। ਤਾਂ ਬੰਦੇ ਵਿੱਚ ਹੀ ਰੱਬ ਹੈ, ਐਸ ਕੁਦਰਤ ਵਿੱਚ ਹੀ ਰੱਬ ਹੈ। ਦਿਸਦਾ ਹੋਇਆ ਸੰਸਾਰ ਹੀ ਪ੍ਰਤੱਖ ਉਸ ਪ੍ਰਭੂ ਦਾ ਰੂਪ ਹੈ। ਸਿਰਫ ਸੋਚ ਬਦਲਣ ਦੀ ਲੋੜ ਹੈ, ਨਜ਼ਰੀਆ ਬਦਲਣ ਦੀ ਲੋੜ ਹੈ। ਨਜ਼ਰੀਆ ਬਦਲਦਿਆਂ ਹੀ ਸਾਰਾ ਕੁਝ ਬਦਲ ਜਾਏਗਾ। ਤਾਂ ਜਿਨ ਮੇਰਾ ਹਰ ਅਲਖ ਲਖਾਰੇ, ਜਿਨਨੇ ਮੈਨੂੰ ਉਹ ਨਜ਼ਰੀਆ ਦਿੱਤਾ ਕਿ ਜਿਸ ਦੇ ਨਾਲ ਅਦ੍ਰਿਸ਼ਟ ਪ੍ਰਭੂ ਮੈਨੂੰ ਚਾਰ ਚੁਫੇਰੇ ਨਜ਼ਰੀ ਆਉਣ ਲੱਗ ਪਿਆ। ਮੈਂ ਐਸੇ ਗੁਰੂ ਤੋਂ ਕੁਰਬਾਨ ਵਾਰ ਨੇ ਸਦਕੇ ਹਾਂ। ਤਾਂ ਅਸੀਂ ਵੀ ਇਸ ਗੁਰੂ ਦੇ ਨਜ਼ਰੀਏ ਨੂੰ ਅਪਣਾਈਏ, ਪਰ ਇਸ ਨਜ਼ਰੀਏ ਨੂੰ ਅਪਣਾਉਣ ਲਈ ਸਾਨੂੰ ਆਪਣੀ ਸੋਚ ਬਦਲਣੀ ਪਵੇਗੀ, ਸਾਰਾ ਕੁਝ ਚੇਂਜ ਕਰਨਾ ਪਵੇਗਾ। ਸਾਡਾ ਵੇਖਣਾ, ਸਾਡਾ ਬੋਲਣਾ, ਸਾਡਾ ਤੱਕਣਾ, ਜਦੋਂ ਮੈਂ ਤੁਹਾਡੇ ਵਿੱਚ ਰੱਬ ਨੂੰ ਵੇਖਾਂਗਾ ਨਾ, ਤਾਂ ਮੈਨੂੰ ਤੁਹਾਡੇ ਨਾਲ ਰੱਬ ਵਰਗਾ ਪਿਆਰ, ਸਤਿਕਾਰ, ਵਿਹਾਰ ਕਰਨਾ ਪਵੇਗਾ। ਔਰ ਜਦੋਂ ਮੈਂ ਆਪਣੇ ਵਿੱਚੋਂ ਰੱਬ ਨੂੰ ਵੇਖਾਂਗਾ ਨਾ ਕਿ ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਤਾਂ ਫਿਰ ਮੇਰੀ ਆਪਣੀ ਸੋਚ ਵੀ ਬਦਲੇਗੀ। ਮੈਂ ਫਿਰ ਸ਼ੁਭ ਗੁਣਾਂ ਦਾ ਧਾਰਨੀ ਹੋਵਾਂਗਾ। ਫਿਰ ਮੇਰੀ ਸੁਰਤ ਅੰਦਰ, ਮੇਰੀ ਸੋਚ ਅੰਦਰ, ਮੇਰੀ ਮੈਂਟੈਲਿਟੀ ਦੇ ਅੰਦਰ ਕੋਈ ਵਿਕਾਰ ਨਹੀਂ ਰਹੇਗਾ। ਫਿਰ ਮੈਂ ਅੰਦਰੋਂ ਸਿਰਫ ਰੱਬੀ ਗੁਣਾਂ ਨੂੰ ਵੇਖਾਂਗਾ। ਨਜ਼ਰੀਆ ਬਦਲ ਜਾਏਗਾ ਨਾ। ਤਾਂ ਫਿਰ ਚਾਰ ਚੁਫੇਰੇ, ਉਹਦਾ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ, ਉਹ ਰੱਬ ਆਪ ਪਸਰਿਆ ਹੋਇਆ ਨਜ਼ਰੀ ਪਵੇਗਾ। ਤਾਂ ਮੈਂ ਆਪਣੇ ਗੁਰੂ ਤੋਂ ਕੁਰਬਾਨ ਵਾਰ ਨੇ ਸਦਕੇ ਹਾਂ, ਜਿਨਨੇ ਮੈਨੂੰ ਅਦ੍ਰਿਸ਼ਟ ਪ੍ਰਭੂ ਦੀ ਸੂਝ ਪਾਈ ਕਿ ਉਹ ਪ੍ਰਭੂ ਦੂਰ ਨਹੀਂ ਹੈ, ਸਗੋਂ ਉਹ ਪ੍ਰਭੂ ਐਸੇ ਸੰਸਾਰ ਦੇ ਅੰਦਰ ਹਰ ਵਕਤ ਹਰ ਥਾਂ ਦੇ ਉੱਤੇ ਵਸ ਰਿਹਾ ਹੈ। ਤਾਂ ਗੁਰੂ ਪਾਤਸ਼ਾਹ ਦੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਗੁਰੂ ਜੀ ਦੀ ਪਾਵਨ ਬਾਣੀ ਨੂੰ ਸਮਝੀਏ, ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਅਰਥ ਭਾਵਾਂ ਨੂੰ ਵਿਚਾਰੀਏ ਔਰ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਉਹ ਕਰ ਸਕਦਾ ਹੈ। ਜੇ ਕਿਸੇ ਵੀਰ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਅਨਮਿਊਟ ਹੋ ਜਾਣ
ਅਗਲੀ ਕਲਾਸ ਦੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ